ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਆਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ ਹੈ? ਬੜੀ ਕਿਰਪਾ ਜੀ, ਤੁਸੀਂ ਸੁਣਾਓ ਜੀ। ਕੈਪਟਨ ਸਾਹਿਬ ਐਜ ਇੱਕ MLA ਨੇ, ਹੈ ਨਾ? ਜੀ ਜੀ ਜੀ, ਕਾਂਗਰਸ ਦੇ ਐਜ MLA ਨੇ। ਬਿਲਕੁਲ ਜੀ, MLA ਨੇ, ਬਿਲਕੁਲ ਐਜ MLA ਗਏ ਨੇ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਨ। ਜੀ ਜੀ। ਤੇ ਅਮਿਤ ਸ਼ਾਹ ਨੇ MLA ਨੂੰ ਮੌਕਾ ਦੇ ਦਿੱਤਾ ਕਿਉਂਕਿ ਸਾਬਕਾ ਮੁੱਖ ਮੰਤਰੀ ਨੇ। ਚਲੋ, ਪਰ ਹੁਣ ਤਾਂ MLA ਨੇ ਨਾ। ਜਿਹੜੀ ਕੈਪਟਨ ਸਾਹਿਬ ਦੀ ਗੱਲ ਆ ਜੀ, ਉਹਨਾਂ ਦਬਕੇ ਮਾਰਨ ਦੀ ਆਦਤ ਸ਼ੁਰੂ ਕਰੀ ਹੈ। ਚਲੋ, ਤੁਸੀਂ ਵੇਖੋ, ਜਦੋਂ ਪ੍ਰਧਾਨਗੀ ਖੋਣੀ ਸੀ ਬਕਾਇਦਾ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਤੋਂ, ਉਦੋਂ ਕਿੰਨੇ ਦਬਕੇ ਮਾਰੇ। ਇੱਥੋਂ ਤੱਕ ਕਹਿ ਦਿੱਤਾ ਸੀ ਕਿ ਮੈਂ ਪ੍ਰਤਾਪ ਸਿੰਘ ਬਾਜਵੇ ਨੂੰ ਪ੍ਰਧਾਨ ਨਹੀਂ ਮੰਨਦਾ। ਜੇ ਬਾਜਵੇ ਨੇ 2 ਰੈਲੀਆਂ ਕੀਤੀਆਂ ਤੇ ਇਹਨਾਂ ਉਹਦੇ ਬਰਾਬਰ ਤੇ 4 ਕੀਤੀਆਂ, ਆਪਣੀ ਸ਼ਕਤੀ ਪ੍ਰਦਰਸ਼ਨ ਕੀਤਾ ਕਿ ਮੈਂ ਉਹਨੂੰ ਜ਼ਿਆਦਾ ਮਿਲ। ਉਹਦੇ ਕੋਲ ਪ੍ਰਧਾਨਗੀ ਲਈ ਨਹੀਂ, ਉਹਦੇ ਕੋਲ ਖੋਈ ਸੀ। ਪਹਿਲਾ ਦਬਕਾ ਹੋ ਗਿਆ। ਦੂਜਾ ਦਬਕਾ ਇਹਨਾਂ ਨੇ ਕੀਤਾ ਸੀ ਜਦੋਂ ਪਿਛਲੇ ਵੀ 44 MLA ਸੀ ਤੇ ਆਪਣੇ ਘਰ ਆਪਣੇ MLA ਦੀ ਇੱਕ ਮੀਟਿੰਗ ਕਾਲ ਕੀਤੀ ਸੀ ਕਿ ਆਪਾਂ ਗੱਲਬਾਤ ਕਰਨੀ, ਮੁੱਦਿਆਂ ਤੇ ਗੱਲ ਕਰਨੀ। ਤੇ 28 MLA ਹਾਜ਼ਰ ਸੀ ਤੇ ਉਹਨਾਂ ਨੇ ਜਦੋਂ ਉੱਥੇ ਮੁਰਗ ਮੁਸਲਮ ਤੇ ਜਿਹੜੀਆਂ ਡਿਸਕੀਆਂ ਚੱਲੀਆਂ ਤਾਂ ਉਦੋਂ ਬਾਅਦ ਕਹਿਣ ਲੱਗੇ ਭਾਈ ਆਪਾਂ ਇੱਕ ਨਵਾਂ ਕੰਮ ਕਰਨ, ਦੱਸੋ ਜੀ। ਕੈਪਟਨ ਸਾਹਿਬ ਕਰ ਲੈਂਦੇ, ਆਪਾਂ ਇੱਕ ਵੱਖਰੀ ਪਾਰਟੀ ਬਣਾਉਣੀ। 28 ਦੇ ਵਿੱਚੋਂ 23 MLA ਨੇ ਉਸ ਵੇਲੇ ਜਵਾਬ ਦੇ ਦਿੱਤਾ ਸੀ ਵੀ ਕੈਪਟਨ ਸਾਹਿਬ ਵੀ ਆਰ ਸੌਰੀ, ਸਾਨੂੰ ਕਾਂਗਰਸ ਨੇ ਬਹੁਤ ਕੁਝ ਦਿੱਤਾ ਵਾ, ਅਸੀਂ ਕਾਂਗਰਸ ਨਹੀਂ ਛੱਡ ਸਕਦੇ, ਤੁਸੀਂ ਬਣਾਉਣੀ ਬਿਸ਼ੱਕ ਬਣਾ। ਇਹਨਾਂ ਨੇ ਫਿਰ ਜਿਹੜਾ ਆਪਣਾ ਜਿਹੜੀ ਸੀ ਪਾਰਟੀ ਬਣਾਉਂਦਾ ਤੇ ਤਿਆਗ ਦਿੱਤਾ ਸੀ ਕਿ ਨਹੀਂ ਪਾਰਟੀ ਬਣਾਉਣੀ। ਲੇਕਿਨ ਇਸੇ ਦਬਕੇ ਥੱਲੇ ਉਹਨੇ ਪ੍ਰਧਾਨਗੀ ਕੇਂਦਰੀ ਹਾਈਕਮਾਂਡ ਨੂੰ ਕਹਿ ਕੇ ਜਿਹੜੀ ਸੀ ਬਾਜਵੇ ਕੋਲੋਂ ਹੋਈ। ਅੱਛਾ ਭੱਟੀ ਸਾਹਿਬ, ਜਿਹੜੀ ਤੁਸੀਂ ਗੱਲ ਕਹੀ ਹੈ ਹੁਣੇ, ਸੌਰੀ ਟੂ ਇੰਟਰਪਟ ਯੂ, ਕਿ ਇਹ ਜਦੋਂ 28 ਦੇ ਵਿੱਚੋਂ 23 ਨੇ ਕਹਿ ਦਿੱਤਾ ਕਿ ਨਹੀਂ ਅਸੀਂ ਵੱਖਰੀ ਪਾਰਟੀ ਨਹੀਂ ਬਣਾਉਣੀ, ਕਾਂਗਰਸ ਨੇ ਸਾਨੂੰ ਸਭ ਕੁਝ ਦਿੱਤਾ ਹੈ, ਕੀ ਇਹ ਕੋਈ ਸਟੇਟਮੈਂਟ ਆਈ ਸੀ ਕਿ ਪਾਰਟੀ ਨਵੀਂ ਬਣਾਉਣ ਦੀ? ਉਦੋਂ ਦੀਆਂ ਅਖਬਾਰਾਂ ਨਹੀਂ ਛਪੀਆਂ ਸੀ। ਉਦੋਂ ਦੀਆਂ ਅਖਬਾਰਾਂ ਕੱਢ ਕੇ ਵੇਖ ਲਓ 2016 ਦੇ, ਤੁਸੀਂ ਉਹ ਅਖਬਾਰਾਂ ਦੀਆਂ ਸੁਰਖੀਆਂ ਛਪੀਆਂ ਜੀ। ਹਾਂਜੀ, ਠੀਕ। ਹੁਣ ਅਗਲੀ ਗੱਲ ਚੱਲਦੇ ਆ, ਜਿਹੜੀ ਕੱਲ ਨਾ ਮੁਲਾਕਾਤ ਕੀਤੀ ਹੈ, ਸਾਡੇ ਸੋਸ਼ਲ ਮੀਡੀਆ ਤੇ ਕਹਿਤਾ ਜੀ ਕੈਪਟਨ ਸਾਹਿਬ ਨੂੰ ਜਿਹੜਾ ਖੇਤੀਬਾੜੀ ਮੰਤਰੀ ਲਾ ਦਿੱਤਾ ਗਿਆ, ਕਰ ਦਿੱਤਾ ਗਿਆ, ਸ਼ਾਮਲ ਹੋ ਗਏ, ਬੜਾ ਕੁਛ ਕਿਹਾ ਗਿਆ। 100 ਵਿੱਚ ਕਾਤੀ ਕਈਆਂ ਨੇ ਤਾਂ ਬਿਲਕੁਲ ਵਿਕੀਪੀਡੀਆ ਨੇ ਵੀ ਕਹਿਤਾ ਜੀ ਕੈਪਟਨ ਜਿਹੜੇ ਉਹ BJP ਸ਼ਾਮਲ ਹੋ ਗਏ ਤਾਂ ਉਹਨੂੰ ਜ਼ਿੰਮੇਵਾਰੀ ਵੱਡੀ ਸੌਂਪੀ ਜਾ ਸਕਦੀ। ਪਹਿਲੀ ਗੱਲ ਤੇ ਇਹ ਆ, ਜਿੱਦਣ ਕਿਤੇ ਕੈਪਟਨ ਸਾਹਿਬ BJP ਸ਼ਾਮਲ ਹੋ ਗਏ ਤੇ ਸੰਯੁਕਤ ਕਿਸਾਨ ਮੋਰਚੇ ਦਾ ਗੁੱਸਾ ਇਹਨਾਂ ਦੇ ਖਿਲਾਫ ਬਹੁਤ ਵੱਧ ਗਿਆ। ਇੱਕ ਗੱਲ ਯਾਦ ਰੱਖਣਾ। ਦੂਸਰੀ ਚੀਜ਼, ਕ੍ਰਿਸ਼ੀ ਮੰਤਰੀ ਕੈਪਟਨ ਸਾਹਿਬ ਨੂੰ ਕਿਉਂ ਦੇਣਗੇ? ਇਹ ਜੇ ਗੱਲ ਚੱਲੂਗੀ ਤੇ ਸਹੀ ਸਲੋਲੀ ਚੱਲੇਗੀ। ਇਹਨਾਂ ਦੀ ਇੱਕੋ ਹੀ ਪਾਵਰ ਹੈਗੀ ਆ, ਮੋਦੀ ਬਸ। ਸ਼ਾਹ ਵੀ ਪਿੱਛੇ ਨੇ ਉੱਥੇ। ਸ਼ਾਹ ਉਹਨੂੰ ਦੱਸ ਸਕਦਾ ਵੀ ਮੇਰੀ ਆ ਗੱਲਬਾਤ ਉਹਨਾਂ ਨੂੰ ਹੋਈ ਹੈ, ਬਾਕੀ ਇਹਦੇ ਵੱਲ ਕੁਛ ਨਹੀਂ। ਰਵੀਨ ਠੁਕਰਾਲ, ਗੁਰਜੀਤ ਔਜਲਾ, ਉਹ 2 ਬੰਦੇ ਕੈਪਟਨ ਦੇ ਖਾਸ, ਦੋਵੇਂ ਕਹਿ ਰਹੇ ਨੇ ਜੀ ਕੈਪਟਨ ਸਾਹਿਬ ਦਿੱਲੀ ਜ਼ਰੂਰ ਗਏ, ਉਹ ਆਪਣੇ ਕੰਮ ਗਏ, ਉਹ ਕਿਸੇ BJP ਨਾਲ ਮੁਲਾਕਾਤ ਨਹੀਂ ਕਰਨਗੇ। ਤੇ ਸ਼ਾਮੀ ਉਹ ਜਾ ਕੇ ਸ਼ਾਹ ਦੇ ਘਰ ਚਲੇ ਗਏ, ਪੌੜੀਆਂ ਚੜ੍ਹ ਗਏ। ਗੱਲਾਂ ਉੱਥੇ ਹੋਰ ਵੀ ਹੋਈਆਂ ਹੋਣਗੀਆਂ। ਦਬਕਾ ਵੀ ਮਾਰਨ ਦੀ ਕੋਸ਼ਿਸ਼ ਕੀਤੀ BJP ਨੂੰ, ਕਾਂਗਰਸ ਨੂੰ, ਹਾਈਕਮਾਂਡ ਨੂੰ ਕਿ ਮੈਂ ਚੱਲਿਆ। ਉਹ ਕਹਿੰਦੇ ਜਾ। ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਅੱਜ ਦੀ ਡੇਟ ਦੇ ਵਿੱਚ ਇਹਨਾਂ ਬਜ਼ੁਰਗਾਂ ਦੀ ਕੋਈ ਪਰਵਾਹ ਨਹੀਂ ਕਰ ਰਹੇ। ਕਪਲ ਸਿੰਬਲ ਕੱਲ ਦਾ ਪਿੱਟੀ ਜਾਂਦਾ, ਕਿਸੇ ਜਵਾਬ ਦਿੱਤਾ? ਕਿਸੇ ਨਹੀਂ ਦਿੱਤਾ। ਜਾ ਰੌਲਾ ਪੌਲਾ ਪਾਲਾ ਦਿੱਤੀ। ਜਿਹੜੇ ਸਾਡੇ ਹੈਗੇ ਸੀ ਗੁਲਾਮ ਨਬੀ ਆਜ਼ਾਦ, ਜੇ ਕਿਤੇ ਉਹ 23 ਸ਼ਾਮਲ ਨਾ ਹੁੰਦੇ ਤੇ ਅੱਜ ਉਹ ਰਾਜ ਸਭਾ ਚ। ਉਹਨਾਂ ਨੂੰ ਕਹਿੰਦਾ G23 ਜੋ ਕਰਨਾ ਕਰ ਲਓ, ਕੋਈ ਗੱਲ ਨਹੀਂ। ਕਾਂਗਰਸ ਜਿਹਨਾਂ ਨੇ ਸਾਨੂੰ ਹੋ ਜਾਏ ਕੋਈ ਗੱਲ ਨਹੀਂ, ਮੈਨੂੰ ਨੌਜਵਾਨ ਚਾਹੀਦੇ ਜਿਹਨਾਂ ਤੇ ਐਨਰਜੀ ਹੋਵੇ ਕੰਮ ਕਰਨ। ਹੁਣ ਕੈਪਟਨ ਸਾਹਿਬ ਜਾ ਕੇ ਮਿਲੇ ਤੇ ਕੈਪਟਨ ਸਾਹਿਬ ਨੇ ਜਿਹੜੇ ਮੁੱਦੇ ਇਹ ਠਾਏ ਨੇ, ਉਹਨਾਂ ਨੇ ਕਿਹਾ ਵੇਖੋ ਗੱਲ ਸੁਣੋ, ਪਹਿਲੀ ਗੱਲ ਤੇ CCTV ਲਿਮਟ ਜਿਹੜੀ ਆ ਉਹ ਬਿਲਕੁਲ ਕਿਸਾਨਾਂ ਨੂੰ ਸਮੇਂ ਸਿਰ ਦਿੱਤੀ ਜਾ। ਦੂਸਰੀ ਚੀਜ਼, ਉਹਨਾਂ ਦੀ ਫਸਲ ਪੂਰੀ ਤੇ ਸਮੇਂ ਸਿਰ ਚੁੱਕੀ ਜਾਵੇ।
ਤੇ ਤੀਸਰਾ ਜਿਹੜੀ ਖੇਤੀ ਕਾਨੂੰਨ ਉਹ ਉਹਨਾਂ ਦਾ ਮਸਲਾ ਹੱਲ ਕੀਤਾ ਜੀ। ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਨਾਲ ਗੱਲਾਂ ਹੋਰ ਨਹੀਂ ਹੋਣਗੀਆਂ, ਸ਼ਾਮਲ ਹੋਣਗੀਆਂ, ਲੇਕਿਨ ਕੈਪਟਨ ਸਾਹਿਬ ਦਬਕੇ ਮਾਰਦੇ ਹੁੰਦੇ ਆ, ਕਰਦੇ ਕੁਛ ਨਹੀਂ। ਜੇ ਕਿਤੇ ਕੈਪਟਨ ਅੱਜ ਜਾਂਦੇ ਆ ਤੇ ਬੀਬੀ ਪਰਨੀਤ ਕੌਰ ਦਾ ਫਿਊਚਰ ਹੀ ਖਤਮ, ਨਾ ਟਿਕਟ ਮਿਲਣੀ ਹੈ ਤੇ ਨਾ ਮੁੜ ਕੇ ਜਿੱਤਣਾ। ਅੱਛਾ ਗੱਲ ਸੁਣੋ ਪੱਟੀ ਸਾਹਿਬ, ਬੀਬੀ ਪਰਨੀਤ ਕੌਰ ਹੁਣਾਂ ਦੀ ਜਿਹੜਾ ਵਾ ਉਹ ਨੌਂਗਾ ਪੈਂਦਾ ਫਿਰਦਾ, ਉਧਰ ਰਵਨੀਤ ਬਿੱਟੂ ਮੁੱਛਾਂ ਨੂੰ ਵੱਟ ਦਿੱਤਾ, ਉਹਨੇ ਬਹੁਤ ਤਿੱਖੇ ਬਿਆਨ ਦਿੱਤੇ ਨੇ, ਔਰ ਮਨਪ੍ਰੀਤ ਬਾਦਲ ਬਹੁਤ ਮਤਲਬ ਇਹ ਕਹਿੰਦੇ ਨੇ ਕਿ ਸਾਧੂ ਸੁਭਾਅ ਤੇ ਇੱਕ ਮੀਸਨਾ ਸੁਭਾਅ ਹੁੰਦਾ ਹੈ ਨਾ। ਬਿਲਕੁਲ ਜੀ, ਬਿਲਕੁਲ ਤੁਸੀਂ ਠੀਕ ਹੈ, ਬਿਲਕੁਲ ਤੁਸੀਂ ਠੀਕ ਹੈ, ਬਿਲਕੁਲ। ਮਨਪ੍ਰੀਤ ਬਾਦਲ ਦੀ ਚੁਆਇਸ ਤੇ ਉਹਦੀ ਸਲਾਹ ਦੇ ਨਾਲ ਡੀਜੀਪੀ ਔਰ ਐਡਵੋਕੇਟ ਜਨਰਲ ਆਏ ਗਏ ਜੀ। ਐਡਵੋਕੇਟ ਜਨਰਲ ਵੀ ਬਠਿੰਡੇ ਤੋਂ ਬਿਲੋਂਗ ਕਰਦਾ ਵਾ, ਉਹਦੀ ਸਲਾਹ ਤੇ ਲਾਏ ਗਏ ਨੇ। ਗਾਂ ਤੁਸੀਂ ਆਪ ਸਮਝ ਲਓ ਕਿ ਉਹਦੀ ਸਲਾਹ ਤੇ ਕਿਉਂ ਲਾਏ ਗਏ। ਬਸ ਮਨਪ੍ਰੀਤ ਦੇ ਘਰ ਨਾ ਬਿਲਕੁਲ ਚੰਨੀ ਸਾਹਿਬ ਦੀ ਕੋਠੀ ਤੇ ਮਨਪ੍ਰੀਤ ਦੀ ਕੋਠੀ ਲਾਗੋ ਲੱਗੀ ਹੈ ਤੇ ਦਿਹਾੜੀ 'ਚ 4-4 ਵਾਰੀ ਮੁੱਖ ਮੰਤਰੀ ਦੇ ਘਰ ਜਾਂਦਾ ਸੀ ਵੀ ਉਸ ਕੀ ਕਰੀਏ ਆਪਾਂ। ਲੇਕਿਨ ਬਿੱਲੀ ਥੱਲਿਓਂ ਬਾਹਰ ਆ ਜਾਂਦੀ ਹੈ। ਜੀ 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 ਜੀ। ਮਨਪ੍ਰੀਤ ਬਾਦਲ ਨੇ ਰਾਜੇ ਵੜਿੰਗ ਨੂੰ ਪੂਰੀ ਕੋਸ਼ਿਸ਼ ਕੀਤੀ ਕਿ ਇਹ ਮੰਤਰੀ ਨਾ ਬਣੇ, ਕਿਉਂਕਿ ਰਾਜੇ ਵੜਿੰਗ ਨੇ ਪਹਿਲਾਂ ਬਿਆਨ ਦਿੱਤਾ ਸੀ ਵੀ ਜੇ ਮੈਨੂੰ ਟਰਾਂਸਪੋਰਟ ਮਹਿਕਮਾ ਮਿਲ ਗਿਆ ਤੇ ਮੈਂ ਸਾਰੀਆਂ ਦੀਆਂ ਜਿਹੜੀਆਂ ਜਾਲੀ ਬੱਸਾਂ ਚੱਲਦੀਆਂ ਨੇ, ਕੂੜੇ ਰੂਟ ਤੇ ਪਾਈਪ ਚੱਲਦੀਆਂ, ਸਾਰੀਆਂ ਬੰਦ ਕਰ ਦੂੰ ਜੀ। ਵੇਖੋ ਹੁਣ ਕੀ ਹੁੰਦਾ, ਕਰ ਦੂੰ। ਨਹੀਂ ਵੱਖਰੀ ਗੱਲ ਆ, ਵਿਰੋਧ ਕਿਉਂ ਕੀਤਾ ਸੀਗਾ? ਜਿਹੜਾ ਰਾਜਾ ਵੜਿੰਗ ਦਾ ਵਿਰੋਧੀ ਉੱਥੇ ਸੰਨੀ ਢਿੱਲੋਂ ਆ, ਨਿਊ ਦੀਪ ਟਰਾਂਸਪੋਰਟ ਵਾਲਾ, ਜਿਹੜੇ ਗਿੱਦੜਪਾ ਤੋਂ ਚੋਣ ਲੜਨੀ, ਉਹ ਮੰਤਰੀ ਦਾ ਦੋਸਤ ਆ, ਉਦੋਂ ਦਾ ਦੋਸਤ ਆ ਜਦੋਂ ਦੇ ਇਹ ਆਪਸ ਵਿੱਚ ਜਿਹੜੇ ਸੀ ਉਹ ਹਮੇਸ਼ਾ ਆਪਣੇ ਅਕਾਲੀ ਦਲ ਚੱਲਦੇ ਸੀ। ਦੂਸਰੇ ਪਾਸੇ ਰਾਜਾ ਵੜਿੰਗ ਨੇ ਕੱਲੀਆਂ ਬੱਸਾਂ ਜਿਹੜੀਆਂ ਦੀਪ ਵਾਲੇ ਨਹੀਂ ਕਰਨੀਆਂ, ਰਾਜਾ ਵੜਿੰਗ ਨੇ ਜੇ ਜਿੱਤੀਆਂ ਤੇ ਬਾਦਲ ਦੀਆਂ ਬੱਸਾਂ ਬੰਦ ਹੋਣੀਆਂ। ਹਾਂ ਠੀਕ ਆ, ਚਲੋ ਬੰਦ ਕਰਦਾ ਜਾਂ ਆਪਣੀਆਂ ਬਣਾਉਂਦਾ, ਉਹ ਤੇ ਰਾਜਨੀਤੀ ਦਾ ਇੱਕ ਵੱਖਰਾ ਰੂਪ ਕਿਤੇ ਆਉਣ ਵਾਲੇ ਬਹੁਤ 2-4-10-20 ਸਾਲਾਂ ਦੇ ਵਿੱਚ ਦੇਖਣ ਨੂੰ ਸ਼ਾਇਦ ਮਿਲ ਜਾਵੇ, ਕਿਉਂਕਿ ਹੁਣ ਮਹਿਕਮਾ 3 ਮਹੀਨੇ ਨੇ, ਕੀ ਕਰਦੇ ਨੇ ਕੀ ਨਹੀਂ ਕਰਦੇ। ਪਰ ਜਿਹੜੀ ਤੁਸੀਂ ਮੈਂ ਗੱਲ ਕੀਤੀ ਆ ਕਿ ਸਾਰੀ ਇਸ ਗੇਮ ਦੇ ਪਿੱਛੇ ਬਹੁਤ ਵੱਡਾ ਹੱਥ, ਜਿਹੜੀ ਤੁਸੀਂ ਸਹੀ ਗੱਲ ਫੜੀ ਹੈ ਮੇਰੀ, ਕਿ ਉਹ ਲੱਗਦਾ ਮੈਨੂੰ ਕਿ ਆਉਣ ਵਾਲਾ ਚਿਹਰਾ ਵੀ ਕਿਤੇ ਕਿਤੇ ਫੇਰ ਨੌਂਗਾ ਨਾ ਪਵੇ ਜਨਾਬ ਦਾ। ਕਿਤੇ ਮਨਪ੍ਰੀਤ ਬਾਦਲ, ਰਵਨੀਤ ਬਿੱਟੂ ਅਤੇ ਜੇ ਸਿੱਧੂ ਨੂੰ ਚੁੱਪ ਕਰੋ, ਆਪਣੇ ਵੱਡੇ ਸਿੱਧੂ ਨੂੰ ਚੁੱਪ ਕਰਾਉਣਾ ਕੈਪਟਨ ਸਾਹਿਬ ਨੂੰ, ਤਾਂ ਵਿਦੇਸ਼ ਮੰਤਰੀ ਰਹਿ ਚੁੱਕੇ ਨੇ ਪਰਨੀਤ ਕੌਰ ਜੀ, ਸ਼ਾਇਦ ਨੌਂਗਾ ਪੈ ਸਕਦਾ। ਕਿਉਂਕਿ ਨਵਜੋਤ ਸਿੱਧੂ ਹੁਣ ਦਿਨ ਲੱਗਦਾ ਨਹੀਂ ਹੈ ਕਿ ਹੁਣ ਜਿਹੜੀ ਹਾਈ ਕਮਾਂਡ ਆ ਕੋਈ ਉਨੀ ਥੋੜ੍ਹੀ ਬਹੁਤੀ, ਭਾਵੇਂ ਕਿ ਤੁਸੀਂ ਕਈ ਵਾਰੀ ਕਿਹਾ ਕਿ ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਥੋੜ੍ਹੇ ਬਹੁਤੇ ਸੌਫਟ ਕਾਰਨਰ ਰੱਖਦੇ ਨੇ, ਇੱਕ ਫੈਨ ਵੀ ਨੇ, ਪਰ ਹੁਣ ਥੋੜ੍ਹਾ ਜਿਹਾ ਜਿੱਦਾਂ ਕਨ੍ਹਈਆ ਕੁਮਾਰ ਜਾਂ ਉਹਦੇ ਸਾਥੀ ਆਏ ਸੀ, ਉਸ ਵਕਤ ਸੱਜੀ ਹੋਈ ਪਲੇਟ ਦੇ ਵਿੱਚ ਖੱਟਾ ਪਾ ਦਿੱਤਾ ਗਿਆ। ਹਾਂਜੀ, ਉਹ ਤੁਹਾਡੀ ਗੱਲ ਠੀਕ ਹੈ ਜੀ, ਉਹ ਤੁਹਾਡੀ ਗੱਲ ਬਿਲਕੁਲ ਦਰੁਸਤ ਆ, ਲੇਕਿਨ ਹਾਈ ਕਮਾਂਡ ਨੇ ਆਪਣੀ ਟੀਮ ਕਿਉਂ ਨਹੀਂ ਭੇਜੀ? ਉਹਨਾਂ ਕਿਹਾ ਪੰਜਾਬ ਦੀ ਲੀਡਰਸ਼ਿਪ ਦੀ ਇਹ ਆਪਣੀ ਨਲਾਇਕੀ, ਇਹ ਆਪਣਾ ਸੁਧਾਰ ਆਪ ਕਰ। ਪਰ ਸਜ਼ਾ ਤੁਸੀਂ ਉੱਥੇ ਆ 2 ਵਾਰੀ ਮੁੱਖ ਮੰਤਰੀ ਨੂੰ ਕਿਹਾ, ਉਹਨਾਂ ਮੁੱਖ ਮੰਤਰੀ ਨੂੰ ਕਿਹਾ ਕਿ ਭਾਈ ਇਹਦਾ ਮਸਲਾ ਹੱਲ ਤੁਸੀਂ ਆਪ ਕਰੋ। ਮੁੱਖ ਮੰਤਰੀ ਦੀਆਂ ਕੱਲ 2 ਮੀਟਿੰਗਾਂ ਸਿੱਧੂ ਦਾ ਹੋ ਚੁੱਕੀਆਂ। ਉਹ ਤਿਆਰ ਸੀ ਕਿ ਮੈਂ ਐਡਵੋਕੇਟ ਜਨਰਲ ਬਦਲ ਦਿੰਦਾ ਵਾ, ਡੀਜੀਪੀ। ਉਹ ਕਹਿੰਦਾ ਨਾ, ਇਹ ਦੋਵੇਂ ਬਦਲ, ਫੇਰ ਮੇਰੇ ਨਾਲ ਗੱਲ ਕਰੋ। ਹਾਂ, ਉਹ ਸਿੱਧੂ ਪਹਿਲਾਂ ਇਸ ਗੱਲ ਦਾ ਜਵਾਬ ਦੇਵੇ। ਲੁਧਿਆਣੇ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ KP ਗਿੱਲ ਦੀ ਮੌਤ ਤੇ ਕਿਹਾ ਸੀ ਸੰਤਾ ਇਹ। ਹਾਂ ਬਿਲਕੁਲ ਬਿਲਕੁਲ ਬਿਲਕੁਲ, ਉਹ ਜਵਾਬ ਦੇਵੇ। ਜੇ ਉਹ ਸੰਤਾ ਤੇ ਫਿਰ ਇਹ ਬਦਮਾਸ਼ ਨੂੰ ਦਰਤੇ ਅਕਮਾਲ ਕੀ ਸੋਚਾ, ਜਿਹਨੇ ਮੁੱਖ ਮੰਤਰੀ ਬਿਆਨ ਸਾਹਿਬ ਨਾਲ ਰਲ ਕੇ ਜਿਹੜਾ ਸੀ ਪੰਜਾਬ ਦੇ ਨੌਜਵਾਨਾਂ ਦਾ ਘਾਣ ਕੀਤਾ। ਸਿੱਧੂ ਸਾਹਿਬ ਆਪਣੀ ਗੱਲਾਂ ਪਹਿਲਾਂ ਚੇਤੇ ਰੱਖ ਲਿਆ ਕਰੋ। ਇੱਕ ਨਹੀਂ ਕਈ, ਹਾਂ ਜਦੋਂ ਬੋਲਦੇ ਹੋ ਆ ਜਿਹੜੀ ਜ਼ਬਾਨ ਆ ਨਾ, ਟੰਗ ਦੀ ਇਹ ਹੱਡੀ ਨਹੀਂ ਹੁੰਦੀ, ਪਰ ਇਹ ਹੱਡੀਆਂ ਸਿੱਧੀਆਂ ਕਰਾ ਦਿੰਦੀ ਆ। ਬਿਲਕੁਲ ਠੀਕ ਹੈ ਜੀ, ਬਿਲਕੁਲ। ਤੁਸੀਂ ਵੇਖੋ ਕਿ KPS ਗਿੱਲ ਨੂੰ, ਜਿਹਨੂੰ ਬਹੁਤ ਵੱਡਾ ਅਖਬਾਰਾਂ ਦੇ ਵਿੱਚ ਛਪਿਆ, ਉਹਨੂੰ ਬੁੱਚੜ ਕਹਿੰਦੇ, ਤੁਸੀਂ ਉਹਨੂੰ ਸੰਤ ਕਹਿ ਦਿੱਤਾ।
ਸੰਤ ਕਹਿ ਰਹੇ ਤੁਸੀਂ। ਤੇ ਜਿੰਨੇ ਚੈਲੰਜ ਕਰਕੇ, ਜਿਹਦੇ ਰਾਜ ਦੇ ਵਿੱਚ ਚੈਲੰਜ ਕਰਕੇ 25,001 ਕਹਿ ਕੇ ਉਸ ਨੂੰ ਵੀ ਉਸੇ ਹੀ ਬਿਆਸ ਨਦੀ ਦੀਆਂ ਮੱਛੀਆਂ ਦਾ ਸ਼ਿਕਾਰ ਬਣਾ ਦਿੱਤਾ, ਜਿਹਦੇ ਮੁੜ ਕੇ ਬਾਡੀਗਾਰਡ ਨੇ ਤੁਹਾਡੇ ਸਾਹਮਣੇ ਸਾਰਾ ਕੁਝ ਖੁਲਾਸਾ ਕੀਤਾ। ਹਾਂਜੀ ਨਹੀਂ ਜੀ ਉਹ ਜਿਹੜਾ ਹੈਗਾ ਸੀ ਐਸਪੀਓ ਸੀਗਾ ਬਚੜੇ ਹਾਂ ਬਚੜੇ, ਹਾਂਜੀ ਹਾਂਜੀ ਕੁਲਵੀਰ ਸਿੰਘ। ਹੁਣ ਵੇਖੋ ਭਾਈ ਜੀ, ਇਹ ਨਹੀਂ ਕਹਿੰਦੇ ਵੀ ਸਿੱਧੂ ਸਾਡੀਆਂ ਮੰਗਾਂ ਬਿਲਕੁਲ ਜਾਇਜ਼, ਉਹ ਮੰਗਾਂ ਉਹਨਾਂ ਦੀਆਂ ਪੂਰੀਆਂ ਹੋਣੀਆਂ ਚਾਹੀਦੀਆਂ। ਉਹ ਉਹਨਾਂ ਦੀਆਂ ਪੰਜਾਬ ਦੀਆਂ ਮੰਗਾਂ ਵਾ। ਉਹਨਾਂ ਨੇ ਰਾਣਾ ਗੁਰਜੀਤ ਦਾ ਵਿਰੋਧ ਕੀਤਾ, ਉਹਨਾਂ ਆਸ਼ੂ ਦਾ ਵਿਰੋਧ ਕੀਤਾ ਤੇ ਇਹਨਾਂ ਨੂੰ ਮੰਤਰੀ ਮੰਡਲ ਸ਼ਾਮਲ ਨਾ ਕੀਤਾ ਜਾ। ਉਹਨਾਂ ਦੀ ਇਹ ਵੀ ਖਾਸ ਸੀ ਕਿ ਸਾਰਾ ਮੰਤਰੀ ਮੰਡਲ ਬਦਲ ਦਿਓ, ਨਵੇਂ ਮੁੰਡੇ ਨੂੰ ਟਾਈਮ ਦਿਓ। ਉਹਨਾਂ ਐਗਜ਼ਾਮਪਲ ਦਿੱਤੀ ਕਿ ਗੁਜਰਾਤ ਦੇ ਵਿੱਚ ਰੂਪਾਨੀ ਨੂੰ ਲਾ ਕੇ ਜਦੋਂ ਭੁਪਿੰਦਰ ਬਘੇਲ ਨੂੰ ਬਣਾਇਆ ਗਿਆ, ਬਕਾਇਦਾ ਤੌਰ ਤੇ ਜਿਹੜਾ ਸੀ ਉੱਥੇ ਉਹਨਾਂ 'ਚ 22 ਮੰਤਰੀ ਸੀ, 22 ਲਾ ਕੇ 24 ਨਵੇਂ ਬਣਾਏ। ਸੋਚ ਤਾਂ ਲੱਗਦਾ ਇਹਦੀ ਇਹੀ ਸੀ ਵੀ ਸ਼ਾਇਦ ਮੈਂ ਇਸ ਮਕਸਦ 'ਚ ਕਾਮਯਾਬ ਹੋ ਜਾ, ਪਰ ਖੁੰਡੀ ਹੋਈ ਕਾਂਗਰਸ ਜਿਹੜੀ ਆ ਉਹ ਅਜੇ ਤੁਸੀਂ ਕਹਿੰਦੇ ਕਿ ਰਾਹੁਲ ਗਾਂਧੀ ਕਹਿੰਦੇ ਨਵੇਂ ਚਿਹਰੇ ਚਾਹੀਦੇ, ਨਵੇਂ ਚਿਹਰੇ ਚਾਹੀਦੇ, ਨਵੇਂ ਚਿਹਰੇ ਚਾਹੀਦੇ ਨੇ, ਪਰ ਸੂਤਰ ਤਾਂ ਇੱਥੋਂ ਤੱਕ ਰੇਡੀਓ ਤੇ ਇਹ ਵੀ ਬੋਲ ਗਏ ਨੇ ਕਿ ਪੈਸਾ ਵੀ ਮੋਟਾ ਚੜਿਆ ਆਪਣੀਆਂ ਮੰਤਰੀ ਪਦ ਨੂੰ ਬਚਾਉਣ ਵਾਸਤੇ। ਕਾਲਰ ਲੈ ਲਈਏ ਪਹਿਲਾਂ। ਹੈਲੋ ਜੀ, ਦਿਲਵਾਰ ਆਂਦਾ ਸੀਗਾ ਤੇ ਉਹ ਗੁੱਸੇ ਹੋ ਕੇ ਚਲ ਜਾਂਦਾ ਸੀ ਬਾਹਰ ਨੂੰ ਤੇ ਘਰ ਦੇ ਮਨਾ ਲਿਆਉਂਦੇ ਸੀ, ਫਿਰ ਗੁੱਸੇ ਹੋ ਕੇ ਚਲ ਜਾਂਦਾ ਸੀ, ਘਰ ਦੇ ਮਨਾ ਲਿਆਉਂਦੇ ਸੀ। ਤੇ ਇੱਕ ਵਾਰੀ ਗੁੱਸੇ ਹੋ ਕੇ ਗਿਆ, ਘਰ ਦੇ ਉਹਨੂੰ ਮਨਾਉਣ ਨਹੀਂ ਗਏ। ਸ਼ਾਮ ਤੱਕ ਉਡੀਕਦਾ ਰਿਹਾ ਮੈਨੂੰ ਵਾਪਸ ਲੈ ਜਾਣਗੇ, ਕੋਈ ਨਹੀਂ ਆਇਆ। ਫਿਰ ਪਸ਼ੂ ਉਸ ਘਰ ਦੇ ਜਦੋਂ ਬਾਹਰੋਂ ਚਰ ਕੇ ਅੰਦਰ ਨੂੰ ਆਉਣ ਡਿਆ ਸੀ, ਇੱਕ ਕੱਟੇ ਦੀ ਪੂਛ ਫੜ ਕੇ ਉਹ ਧੌਣ ਸਿੱਟ ਕੇ ਅੰਦਰ ਨੂੰ ਆਵੇ ਤੇ ਕਹਿੰਦਾ ਮੈਂ ਤਾਂ ਇਹ ਬੇਜਵਾਨਿਆਂ ਕਰਕੇ ਆ ਗਿਆ, ਓਦਾਂ ਨਹੀਂ ਮੈਂ ਆਉਣਾ ਸੀ। ਕੀ ਸਿੱਧੂ ਸਾਹਿਬ ਆ ਜਾਣਗੇ? ਨਹੀਂ, ਤੁਸੀਂ ਬੜੀ ਵੱਡੀ ਗੱਲ ਕੀਤੀ ਆ, ਪਰ ਉਹ ਘਰ ਦਾ ਜਿਹੜਾ ਮੁਖੀ ਸੀ ਨਾ ਜੀ, ਉਹਦੀ ਗਾਹ ਸਟੋਰੀ ਵੇਖ ਕੇ ਹੈਗੀ, ਕਿਤੇ ਮੈਂ ਸੁਣਾਊਂਗਾ ਤੁਹਾਨੂੰ। ਲਾ ਦਿਓ ਨਾਲ ਹੀ। ਨਹੀਂ, ਨਾਲ ਨਹੀਂ, ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਉਹ ਇੱਕ ਵੀ, ਦੋ ਵੀ, ਤਿੰਨ ਵਾਰੀ, ਪਰ ਇਤਿਹਾਸ ਪੜ੍ਹੋ। ਨਵਜੋਤ ਸਿੱਧੂ ਨੂੰ ਹੁਣ ਸੀ ਜਿੱਥੇ ਪਾਣੀ ਪੀ ਕੋਸਣਾ ਸੀ, ਕੋਸ ਦਿੱਤਾ ਹੈ ਨਾ ਜੀ ਜੀ। ਉਹਦੇ ਅਸਤੀਫਿਆਂ ਵਾਲੀ ਗੱਲ ਵੀ ਵੇਖੋ ਕਿੱਥੇ ਕਿੱਥੇ ਉਹਨੇ ਕਿਉਂ ਅਸਤੀਫੇ ਦਿੱਤੇ ਨੇ। ਇਹ ਗੱਲ ਨਹੀਂ, ਇਹ ਗੱਲ ਵੀ ਨਾਲ ਕਰੋ, ਹੁਣ ਤੁਸੀਂ ਕਰੋ ਜਾਂ ਫਿਰ ਇਹ ਗੱਲ ਕਿੱਥੇ ਕਿਉਂ ਅਸਤੀਫੇ ਦਿੱਤੇ ਨੇ। ਅੱਜ ਜਿਹੜਾ ਅਸਤੀਫਾ ਦਿੱਤਾ ਉਹਨੇ, ਉਹ ਆਪਣੀ ਗੱਲ ਤੇ ਕਾਇਮ ਆ ਕਿ ਕਿਹੜੇ ਮੂੰਹ ਲੈ ਕੇ ਜਾਂ ਤਾਂ ਬਸ਼ਰਮਾ ਵਾਲੀ ਟੋਪਰੀ ਪਾ ਕੇ ਹੀ ਜਾਵਾਂਗੇ। ਪਰ ਉਹਨੇ ਅੱਜ ਤੱਕ ਨਹੀਂ, ਜੇ ਕਾਂਗਰਸ ਨੇ ਇੱਕ ਗੱਲ ਸੁਣੋ, ਨਹੀਂ ਚਲੋ, ਜੇ ਅਸੀਂ ਡੀਜੀਪੀ ਸਮੇਤ ਸੈਣੀ ਦੀ ਗੱਲ ਕਰਦੇ ਹਾਂ, KPSC ਦੀ ਗੱਲ ਕਰਦੇ ਹਾਂ, ਸਾਰੇ ਹੀ ਦਾਗੀ ਨੇ। ਤੇ ਪਰ ਜੇ ਮੌਜੂਦਾ ਸਮੇਂ ਦੇ ਵਿੱਚ ਉਹਦੇ ਕੋਲ ਹੈਗਾ ਕੋਈ ਪਾਵਰ, ਰੁਤਬਾ ਹੈਗਾ ਤਾਂ ਉਹਦਾ ਸਹੀ ਇਸਤੇਮਾਲ ਕਰ ਰਹੇ ਨੇ। ਕਿ ਦਾਗੀ ਬੰਦਿਆਂ ਨੂੰ ਤਾਂ ਕੱਢੋ। ਉਹ ਉਸ ਜਗ੍ਹਾ ਤੇ ਬਿਲਕੁਲ ਇਹ ਸਹੀ ਆ, ਪਰ ਇਹਦਾ ਨਹੀਂ, ਫਿਰ ਉਹ ਇਤਿਹਾਸ ਦੇਖਦੇ ਆ ਪੰਜਾਬ ਲਈ ਇਹਨੇ ਜਿਹੜੇ ਕੰਮ ਕੀਤੇ। ਕਿਹੜੇ ਬੰਦੇ ਦੱਸੋ, ਤੁਸੀਂ ਮੈਨੂੰ ਕੈਪਟਨ ਦਾ ਦੱਸੋ ਪੰਜਾਬ ਲਈ ਕੀ ਲੈ ਕੇ ਆਇਆ, ਤੇ ਤੁਸੀਂ ਮੈਨੂੰ ਦੱਸੋ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਲਈ ਕੀ ਕਰਕੇ ਗਏ ਨੇ 25 ਸਾਲ ਦੇ ਰਾਜ ਦੇ। ਚਲੋ ਤੁਹਾਨੂੰ ਹੀ ਕੱਲ ਵੀ ਸਵਾਲ ਕੀਤਾ ਸੀ ਮੈਂ, ਕਿ ਤੁਹਾਨੂੰ ਮੌਕਾ ਦਿੰਦਾ। ਚਲੋ ਅੱਜ ਬੋਲੋ, 5 ਮਿੰਟ ਲਾਓ, 10 ਮਿੰਟ ਲਾਓ, ਇੱਕ ਪ੍ਰਾਪਤੀ ਦੱਸੋ ਮੈਨੂੰ। ਦੇਖੋ ਜੀ, ਜੇ ਉਹਨਾਂ ਦੀਆਂ ਪ੍ਰਾਪਤੀਆਂ ਹੁੰਦੀਆਂ ਤਾਂ ਫਿਰ ਉਹ ਇਸ ਹਾਲਾਤ ਵਿੱਚ ਨਾ ਹੋਣ। ਨਹੀਂ, ਫਿਰ ਤੁਸੀਂ ਇੱਧਰ ਨਾ ਮਾਰੋ, ਤੁਸੀਂ ਤੇ ਰਾਜਨੀਤਿਕ ਮੈਨੂੰ ਲੱਗਦਾ ਕੋਈ ਡਿਪਲੋਮਾ ਲਿਆ ਹੋਇਆ, ਤੁਸੀਂ ਸਿੱਧਾ ਹੀ U-turn ਮਾਰ ਕੇ ਬੈਠ ਗਏ ਹੋ। ਮੈਨੂੰ ਪ੍ਰਾਪਤੀਆਂ ਦੱਸੋ ਨਾ, ਜੇ ਨਵਜੋਤ ਦੀਆਂ ਨਹੀਂ ਹੈਗੀਆਂ ਤੇ ਜਿਹੜੇ ਮੁੱਖ ਮੰਤਰੀ ਜਿਹਨਾਂ ਕੋਲ ਪਾਵਰ ਹੈ ਉਹਨਾਂ ਦੀਆਂ ਪ੍ਰਾਪਤੀਆਂ ਦੱਸੋ ਅੱਜ ਤੁਸੀਂ ਮੈਨੂੰ। ਦੇਖੋ ਚਾਵਲਾ ਸਾਹਿਬ, ਮੈਂ ਇੱਕ ਸਵਾਲ ਕੀਤਾ ਉਹਦਾ, ਜੇ ਪੱਟੀ ਸਾਹਿਬ ਜਾਂ ਪੱਟੀ ਨਹੀਂ, ਤੁਸੀਂ ਵੀ ਜਵਾਬ ਦਿਓ ਨਾ। ਤੁਸੀਂ ਸਵਾਲ ਕਰਕੇ ਨਹੀਂ, ਇਦਾਂ ਨਹੀਂ, ਰੋਜ਼ ਤੁਸੀਂ ਸਵਾਲ ਕਰਕੇ ਨਹੀਂ ਭੱਜ ਸਕਦੇ, ਤੁਸੀਂ ਵੀ ਜਵਾਬ ਦਿਓ। ਤੁਸੀਂ ਸਾਨੂੰ ਸਵਾਲ ਕਰਦੇ ਹੋ ਮੌਕਾ, ਪਰ ਤੁਸੀਂ ਨਹੀਂ, ਇਦਾਂ ਨਹੀਂ ਗੱਲ, ਇਦਾਂ ਨਹੀਂ, ਇਦਾਂ ਨਹੀਂ ਗੱਲ ਬਣਦੀ ਵੀਰ, ਇਦਾਂ ਨਹੀਂ ਗੱਲ। ਇਹ ਆ ਕਿ ਪ੍ਰੋਗਰਾਮ ਨੂੰ ਬੈਲੈਂਸ ਰੱਖਣ ਵਾਸਤੇ ਸਾਨੂੰ ਬਾਅਦ ਦੇ ਵਿੱਚ ਜਦੋਂ ਤੁਸੀਂ ਸਵਾਲ ਕਰਕੇ ਚਲੇ ਗਏ ਕਿ ਕਾਲਰ ਇਦਾਂ ਰੋਜ਼ ਸਵਾਲ ਕਰਦੇ ਆ, ਜਵਾਬ ਤੁਸੀਂ ਦੱਸੋ ਕਿ ਇਹਨਾਂ ਦੋਨਾਂ ਮੁੱਖ ਮੰਤਰੀਆਂ ਨੇ ਜਾਂ ਇਹ ਤੋਂ ਪਹਿਲਾਂ ਮੁੱਖ ਮੰਤਰੀਆਂ ਨੇ ਕੀ ਕੀਤਾ। ਇਹੀ ਤਾਂ ਦੁੱਖ ਦੀ ਗੱਲ ਆ ਇਹਨਾਂ ਦੇ। ਜੇ ਇਤਿਹਾਸ ਆਪਾਂ ਦੇਖਦੇ ਹਾਂ, ਬਾਦਲ ਸਾਹਿਬ ਤੇ ਵੀ ਹੁਣ ਪੂਰੀ ਜਦੋਂ ਕਿਤਾਬ ਆਊਗੀ ਤੇ ਉਦੋਂ ਪਤਾ ਲੱਗੂਗਾ, ਪਰ ਲੋਕ ਫੇਰ ਵੋਟਾਂ ਪਾਉਂਦੇ, ਉਦੋਂ ਤੱਕ ਅਸੀਂ ਫੇਰ ਭੁੱਲ ਜਾਣਾ। ਚਲੋ ਪੱਟੀ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ? ਚਲੋ ਪੱਟੀ ਸਾਹਿਬ ਜਵਾਬ ਲੈ ਰਹੇ। ਜਿੱਥੋਂ ਤੱਕ ਅਸੀਂ ਦੋਵੇਂ ਪੱਖ ਦੇ ਲੈ, ਅਸੀਂ ਉਹ ਪੱਖ ਵੀ ਲਿਆ ਕਿ ਜੇ ਅੱਜ ਇਕਬਾਲ ਸਿੰਘ ਸੋਤਾ ਦਾ ਵਿਰੋਧ ਕਰਦਾ ਤੇ ਫਿਰ ਤੁਸੀਂ ਉਹਨੂੰ ਕਿਉਂ ਕਿ ਆਪਣੇ KPSC ਗਿਲ, ਪਰ ਅੱਜ ਜੇ ਵਿਰੋਧ ਕਰਦਾ ਉਹ ਪਾਵਰ ਹੈਗੀ ਆ ਤੇ ਅੱਜ ਵਿਰੋਧ ਕਰਦੇ ਆ। ਨਹੀਂ, ਅਸੀਂ ਦੋਵੇਂ ਪੱਖ ਲਿਆ। ਦੂਜਾ ਪੱਖ ਲਿਆ ਵੀ ਉਹ ਪਹਿਲਾਂ ਲੈ ਕੇ ਆਇਆ ਸੀ ਇਸ ਗੱਲ ਨੂੰ ਵੀ ਅਸੀਂ ਇੱਥੋਂ ਇਹ ਗੱਲ ਹੁੰਜਣਾ ਵਾ। ਦੂਜਾ ਪੱਖ ਵੀ ਲਿਆ, ਉਹਨੇ ਕਿਹਾ ਵੀ ਆਹ ਬੰਦੇ ਨਾ ਸ਼ਾਮਲ ਕਰੋ ਮੰਤਰੀ ਮੰਡਲ ਦੇ ਵਿੱਚ। ਕਿਉਂ ਕੀਤੇ ਨੇ? ਉਹਦਾ ਡਾਕਟਰ ਰਾਜ ਕੁਮਾਰ ਦੇ ਵਿੱਚ ਤੰਨ ਸੀ ਉਹਦਾ,
ਨਾਗਰੇ ਜਿਹੜੀ ਮੌਕੇ ਤੇ ਉਹਨੂੰ ਪਾਸੇ ਕੀਤਾ ਕਿ ਉੱਤੇ ਵੀ ਤੁਹਾਨੂੰ ਸੀ ਹੁੰਦਾ ਕਿ ਤੁਸੀਂ ਗਲਤ ਕੀਤਾ ਜੋ ਕੀਤਾ ਹੈ। ਪਹਿਲੀ ਗੱਲ ਤੇ ਇਹ ਆ ਵੀ ਉਹਦੇ ਮੁੱਦੇ ਬਿਲਕੁਲ ਦਰੁਸਤ ਹੈ, ਜਿਹੜੀਆਂ ਉਹਨੇ ਗੱਲਾਂ ਕੀਤੀਆਂ ਬਿਲਕੁਲ ਦਰੁਸਤ ਨੇ, ਲੇਕਿਨ ਥੋੜੇ ਜਿਹੇ ਪਿਛੋਕੜ ਦੇ ਵਿੱਚ ਹੱਥ ਮਾਰੀਏ ਤਾਂ ਥੋੜੀ ਜਿਹੀ ਕਿਹੜੀ ਗੱਲ ਚੱਲਦੀ ਹੈ, ਲੇਕਿਨ ਅਸੀਂ ਹੱਕ ਚ ਉਹਦੇ ਇਹ ਨਹੀਂ ਗੱਲ ਨਹੀਂ। ਅਸੀਂ ਕਹਿੰਦੇ ਆ ਵੀ ਜਿਹੜੇ ਬੰਦੇ ਕੱਲ ਤੱਕ ਸੈਣੀ ਦੇ ਕੇਸ ਲੜਦੇ ਰਹੇ ਆ ਉਹਨੂੰ ਬਲੈਂਕਟ ਬੇਲ ਦਵਾਉਂਦੇ ਰਹੇ ਨੇ, ਉਹਦੇ ਕੇਸਾਂ 'ਚ ਵੱਧ ਚੜ ਕੇ ਹਿੱਸਾ ਲੈਂਦੇ ਰਹੇ ਨੇ, ਉਹ ਕਿੱਦਾਂ ਅੱਜ ਉਹਦੇ ਵਿਰੁੱਧ ਜਾਣਗੇ? ਪਹਿਲੀ ਗੱਲ ਤੇ ਨਿਯਮ ਜਿਹੜੇ ਬਾਰ ਕੌਂਸਲ ਦੇ ਆ ਨਾ, ਐਡਵੋਕੇਟ ਜਨਰਲ ਸੈਣੀ ਦੇ ਕੇਸ ਦੇ ਵਿੱਚ ਪੇਸ਼ ਨਹੀਂ ਹੋ ਸਕਦਾ। ਉਹ ਨਿਯਮਾਂ ਦੇ ਮੁਤਾਬਕ ਪਹਿਲਾਂ ਜਦੋਂ ਤੁਸੀਂ ਹੱਕ 'ਚ ਰਹੇ ਹੋ ਤੇ ਵਿਰੁੱਧ ਮੁੜ ਕੇ ਤੁਸੀਂ ਨਹੀਂ ਪੇਸ਼ ਸਕਦੇ। ਇਸ ਕਰਕੇ ਵੱਡੀ ਪ੍ਰੋਬਲਮ ਤੇ ਮੁੱਦਾ ਤਾਂ ਦੋ ਹੀ ਹੈ, ਬਰਗਾੜੀ ਕਾਇਮ ਦਾ ਤੇ ਨਸ਼ਿਆਂ ਦਾ, ਤੇ ਜਦ ਮੁੱਦਾ ਕੋਈ ਨਹੀਂ ਹਾਲ ਦਿਖੜੀ ਹੈਗਾ। ਸਾਰੇ ਯਾਰ ਇੱਕ ਸਵਾਲ ਠਾ ਕੇ ਚਲ ਜਾਂਦੇ ਨੇ ਸਾਰੇ, ਇੱਕ ਗੱਲ ਆ ਵੀ ਇਹਨੇ ਕੀ ਕੀਤਾ, ਇਹ ਉਹ ਆ ਠੀਕ ਹੈ। ਮੈਂ ਕਹਿੰਦਾ ਬੜਬੋਲਾ ਬੰਦਾ, ਸਿੱਧਾ ਬੰਦਾ, ਸੱਚ ਜਿਹਾ ਬੋਲਦਾ, ਸ਼ਾਇਦ ਉਹਨੂੰ ਰਾਜਨੀਤੀ ਨਹੀਂ ਆਉਂਦੀ, ਪਰ ਜਿਹੜੀ ਇਸ ਵਕਤ ਚਲੋ ਉਹਨੇ ਕੀ ਕਹਿੰਦੇ ਦੇ ਕੇ ਹੱਥਾਂ ਨਾਲ ਦਿੱਤੀਆਂ, ਦੰਦਾਂ ਨਾਲ ਖੋਲ੍ਹਣੀਆਂ ਪੈ ਰਹੀਆਂ। ਅਜੇ KPS ਗਿੱਲ ਨੂੰ ਉਹਨੇ ਆਹ ਕਿਹਾ ਤੇ ਕਿੰਨੇ ਨਹੀਂ ਉਹਦੇ ਨਾਲ ਫੋਟੋ ਖਿਚਾਈ। ਜਿਹਨੂੰ ਅਸੀਂ ਪੰਥ ਰਤਨ ਕਹਿੰਦੇ ਆ, ਜਿਹਨੂੰ ਅਸੀਂ ਪੰਥ ਰਤਨ ਕਹਿੰਦੇ ਆ, ਪੰਥ ਸਿੱਖ ਕੌਮ ਦਾ ਪੰਥ ਰਤਨ ਕਿਹਾ ਨਾ, ਤੇ ਜਿਹਨੇ ਚੁਣ ਕੇ ਮਤਲਬ ਜਿਹਦੇ ਤੇ ਨਾਂ ਲੱਗਦਾ ਸੀ ਉਹਨੇ ਬੱਚੇ ਮਾਰੇ ਪੰਜਾਬ ਦੀਆਂ ਮਾਵਾਂ ਦੇ, ਮੈਂ ਪੰਜਾਬ ਦੀਆਂ ਮਾਵਾਂ ਦੇ ਕਹਿ ਰਿਹਾ ਹਾਂਜੀ, ਜਾਂ ਮਰਵਾਏ ਪੰਜਾਬ ਦੀਆਂ ਮਾਵਾਂ ਦੇ। ਆ ਗੁਰਪ੍ਰੀਤ ਪਿੰਕੀ ਹੁਣ ਬੈਠਾ ਕਹਿੰਦਾ ਸਾਨੂੰ ਹੁਕਮ ਹੁੰਦਾ ਸੀ ਦਸਤਾਰਾਂ ਬੰਨ੍ਹ ਕੇ ਜਾਓ ਕੇਸਰੀ ਰੰਗ ਦੇ, ਤੇ ਜਾ ਕੇ ਇੱਕ ਤਬਕੇ ਦੇ ਲੋਕਾਂ ਦੇ ਬੱਸਾਂ ਦੇ ਵਿੱਚੋਂ ਕੱਢ ਕੇ ਉਹਨਾਂ ਨੂੰ ਕਤਲ ਕਰੋ। ਹਾਂਜੀ, ਉਹ ਉਹਨਾਂ ਵਾਸਤੇ ਵੀ ਸ਼ਹੀਦ ਨੇ, ਸਾਡੇ ਵਾਸਤੇ ਵੀ ਪੰਜਾਬ ਦੇ ਮਾਵਾਂ ਦੇ ਪੁੱਤ ਬੱਸਾਂ 'ਚੋਂ ਕੱਢ ਕੇ ਮਾਰਨ ਵਾਲੇ ਸ਼ਹੀਦ ਨੇ। ਕਿਹਨੇ ਹੁਕਮ ਦਿੱਤਾ? ਕਦੇ ਇੱਧਰ ਬਾਰੇ ਕਿਸੇ ਨੇ ਗੱਲ ਕੀਤੀ ਹੈ? ਜੀ ਕਦੇ ਕਿਸੇ ਨੇ ਉੱਥੇ ਕਿਸੇ ਹਿੰਦੂ ਜਥੇਬੰਦੀ ਨੇ ਵੀ ਗੱਲ ਕੀਤੀ ਹੈ ਵੀ ਪਿੰਕੀ ਦਾ ਆਹ ਬਿਆਨ ਜਿਹੜਾ ਕਿਉਂ ਆ? ਕਿਸੇ ਨੇ ਬੋਲਿਆ? ਕੋਈ ਹਿੰਦੂ ਜਥੇਬੰਦੀ ਕੋ ਬੋਲਿਆ? ਜਿਹੜੇ ਸ਼ਿਵ ਸੈਨਾ ਵਾਲੇ ਉੱਥੇ ਤੁਰੇ ਫਿਰਦੇ ਸਿਕਿਉਰਿਟੀ ਲੈ ਕੇ, ਕਦੇ ਬੋਲੇ? ਅਸੀਂ ਬਾਰ-ਬਾਰ ਇਹ ਦੁਹਾਈ ਦਿੰਦੇ ਹਾਂ ਕਿ ਪਿੰਕੀ ਨੇ ਇਹ ਸਟੇਟਮੈਂਟ ਦਿੱਤੀ ਹੈ, ਤੇ ਤੂੰ ਕਿਸ ਬਣਦਾ ਭਈ ਭਾਈ ਤੂੰ ਇੱਕ ਦੇ ਦੱਸ ਕਿਹੜੀ ਬੱਸ ਵਿੱਚੋਂ ਕੱਢ ਕੇ ਮਰਵਾਏ ਗਏ? ਹਾਥੀ ਕੇ ਪਾਉਂ ਮੈਂ ਸਭ ਕਾ ਪਾਉਂ, ਉੱਥੇ ਮੂੰਹ ਨਿਕਲਦਾ। ਸਵਾਲ ਇਹ ਪੈਦਾ ਹੁੰਦਾ ਆ ਕਿ ਜਦੋਂ ਤੁਸੀਂ ਇੱਕ ਬੰਦੇ ਨੂੰ ਸਾਧ ਕਹਿੰਦੇ ਹੋ, ਦੂਜੇ ਪਾਸੇ ਪੰਥ ਰਤਨ ਵਰਗੇ ਕਹਿੰਦੇ ਨੇ ਕਿ 97 ਦੇ ਵਿੱਚ ਵੀ ਜਿਹੜੇ ਬੱਚੇ ਮਾਰੇ ਗਏ, ਸ਼ਹੀਦ ਕੀਤੇ ਗਏ, ਅਸੀਂ ਉਹਨਾਂ ਨੂੰ ਸਜ਼ਾਵਾਂ ਦੇਵਾਂਗੇ, ਤੇ ਤੁਸੀਂ ਉਹਨਾਂ ਨੂੰ ਰੁਤਬੇ ਦਿੰਦੇ ਹੋ। ਇਹ ਇਹਨਾਂ ਦਾ ਇੱਕ ਬਿਜ਼ਨਸ ਆ ਸਿਰਫ। ਅੱਜ ਮੈਂ ਤੀਜੀ ਵਾਰੀ ਰਿਪੀਟ ਕਰਨ ਲੱਗਾ, ਪੱਟੀ ਸਾਹਿਬ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਕੋਈ ਚਾਹੇ ਸਿੱਧੂ ਹੋਵੇ, ਤੇ ਚਾਹੇ ਕੈਪਟਨ ਹੋਵੇ, ਤੇ ਚਾਹੇ ਸੁਖਬੀਰ ਹੋਵੇ, ਤੇ ਚਾਹੇ ਕੋਈ ਵੀ ਦੁੱਧ ਧੋਤਾ ਸਾਡਾ ਆ ਪੰਥਕ ਲੀਡਰ ਸੋ ਕਾਲ ਜਹੇਦਾਰ ਹੋਵੇ, ਇਹਨਾਂ ਨੂੰ ਕੋਈ ਨਹੀਂ ਲੈਣਾ ਦੇਣਾ। ਜੇ 328 ਸਰੂਪਾਂ ਦਾ ਹਿਸਾਬ ਕਿਤਾਬ ਮੰਗਣ ਵਾਲਿਆਂ ਨੂੰ ਡਾਂਗਾਂ ਨਾਲ ਕੁੱਟ ਸਕਦੇ ਨੇ ਅੰਦਰ ਬੈਠੇ ਹੋਏ ਉਹਨਾਂ ਦੇ ਕਰਿੰਦੇ, ਕੋਈ ਨਹੀਂ। ਸਿਰਫ ਰਾਜਨੀਤੀ ਹੋ ਰਹੀ ਹੈ, ਧਰਮ ਦੇ ਕਹਿ ਲਓ ਜਾਂ ਸਿਆਸਤ ਤੇ ਕਹਿ ਲਓ। ਮੇਰੇ ਨਾਲ ਕਾਲਾਂ ਫਲੈਸ਼ ਹੋ ਰਹੀਆਂ ਨੇ, ਲੱਗਦਾ ਅੱਜ ਓਵਰ ਟਾਈਮ ਚੱਲੂਗਾ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਜਿਹੜਾ ਸਿੱਧੂ ਦਾ ਕਰੈਕਟਰ ਇਹੋ ਜਿਹਾ ਤਾਂ ਨਹੀਂ ਹੈਗਾ ਜਿਵੇਂ ਆਪਾਂ ਉਹਨੂੰ ਐ ਰਲਾ ਦਈਏ ਕੱਟੇ ਸੰਦੈਟ। ਉਹਨੇ ਹਜੇ ਤੱਕ ਉਹਦਾ ਇੱਕ ਹੀ ਪ੍ਰੋਬਲਮ ਆ, ਮੈਨੂੰ ਲੱਗਦਾ ਉਹਨੇ ਤਾਂ ਰਾਜਨੀਤੀ ਤੱਤਾ ਬੜਾ ਚੱਲ ਜਾਂਦਾ ਥੋੜਾ। ਇਹ ਚੀਜ਼ ਅੰਦਰ ਬਹਿ ਕੇ ਵੀ ਮਤਲਬ DGP ਵਾਲੀਆਂ ਗੱਲਾਂ ਸਾਰੀਆਂ ਕਰਕੇ ਸਾਰੀ ਬਾਹ ਲਾ ਕੇ ਬਾਅਦ 'ਚ ਅਸਤੀਫਾ ਦੇ ਦਿੰਦਾ ਵਧੀਆ ਸੀ, ਪਰ ਮੇਰੇ ਵਰਗਾ ਪੰਚਾਇਤ ਮੈਂਬਰ ਬਣ ਜੇ ਉਹ ਨਹੀਂ ਛੱਡਦਾ। ਉਹਨੇ ਕੈਬਨਿਟ ਮਿਨਿਸਟਰ, ਰਾਜ ਸਭਾ ਕੈਬਨਿਟ ਮਿਨਿਸਟਰ ਵੀ ਕਿੱਡਾ ਵੱਡਾ ਕੈਬਨਿਟ ਮਿਨਿਸਟਰ ਸੀ 2 ਨੰਬਰ ਦਾ ਵਿੱਤ ਮੰਤਰੀ ਤੋਂ ਬਾਅਦ। ਫਿਰ ਦੂਜੀ ਗੱਲ ਰਾਜ ਸਭਾ ਛੱਡੀ ਉਹਨੇ, ਮੈਨੂੰ ਲੱਗਦਾ ਮਤਲਬ ਸਰਪੰਚ ਨੇ ਅਸਤੀਫਾ ਨਹੀਂ ਦਿੱਤਾ ਹੋਣਾ ਪੰਜਾਬ 'ਚ ਪਿਛਲੇ 5 ਸਾਲ ਤੋਂ। ਤੁਸੀਂ ਮੈਂ ਕੋਈ ਹੋਊਗਾ ਜੇ ਹੋਊਗਾ ਬੋਲਾ ਬਾਲਾ ਜੀ ਥੋੜਾ ਜਿਹਾ ਜੇ ਅੰਦਰੋਂ ਜੇ ਅੰਦਰੋਂ ਵੀ ਉਹ ਆ, ਤੇ ਉਹਦੀ ਕਸੂਰ ਇਹ ਆ ਨਾ, ਪਤਾ ਕਿੱਥੇ ਸਾਨੂੰ ਚੰਗਾ ਲੱਗਦਾ ਬੰਦਾ, ਸਾਨੂੰ ਚੰਗਾ ਲੱਗਦਾ ਬੰਦਾ। ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਵੀ ਕੜਾ ਪਾਇਆ ਹੋਵੇ, ਦਾੜਾ ਸਾਹਿਬ ਪ੍ਰਕਾਸ਼ ਕੀਤਾ ਹੋਵੇ, ਖੁੱਲੀ ਸੋਹਣੀ ਜੀ ਮਨ ਨੂੰ ਭਾਉਂਦੀ ਹੋਈ ਹਰ ਬੰਦੇ ਦੀ ਪੱਗ ਸਜਾਈ ਹੋਵੇ, ਉੱਤੋਂ ਦੀ ਸ਼ਾਇਦ ਸ਼੍ਰੀ ਸਾਹਿਬ ਥੱਲਿਓਂ ਦੀ ਜਾਂ ਉੱਤੋਂ ਦੀ ਪਾਇਆ ਹੋਵੇ, ਜਿਹੜਾ ਕਿਤੇ ਹੋਲੀ ਵੇਲੇ ਦਿਖਾਈ ਵੀ ਦੇ ਜਾਵੇ ਤੇ ਮੁੜ ਕੇ ਕਿਤੇ ਗੁੰਮ ਹੋ ਜਾਵੇ, ਮੌਕੇ 'ਤੇ ਕਿਤੇ ਕੈਮਰਾ ਜਿੱਦਾਂ ਨਾਲ ਹੀ ਹੁੰਦਾ ਉਹ ਖਿੱਚਿਆ ਹੋਵੇ ਵੀ ਆਹ ਵੇਖੋ ਸਾਡਾ ਜਹੇਦਾਰ ਇੱਦਾਂ ਦਾ। ਉਹਦੀ ਮਾਂ ਹਿੰਦੂ ਆ, ਠੀਕ ਆ, ਪਿਓ ਉਹਦਾ ਸਿੱਖ ਆ। ਹੁਣ ਮਾਂ ਨੇ ਆਪਣੀ ਸਿੱਖਿਆ ਦਿੱਤੀ ਆ, ਪਿਓ ਨੇ ਆਪਣੀ ਸਿੱਖੀ ਦਿੱਤੀ ਆ, ਉਹ ਦੋਨਾਂ ਨੂੰ ਲੈ ਕੇ ਚੱਲ ਰਿਹਾ। ਜਿਹੜੀ ਉਹਨੂੰ ਸ਼ੁਰੂਆਤ ਦੇ ਵਿੱਚ ਗੁੜਤੀ ਮਿਲੀ ਆ, ਕੇਸ ਉਹਨੇ ਸਜਾਏ ਹੋਏ ਨੇ, ਰੱਖੇ ਹੋਏ ਨੇ, ਦਾੜੀ ਕੱਟਦਾ, ਚਲੋ ਠੀਕ ਹੈ ਨਾ, ਪਰ ਕੇਸ ਸਜਾਏ ਉਹਨੇ ਜਨੇਊ ਵੀ ਪਾਇਆ ਹੋਇਆ ਹੋ ਸਕਦਾ, ਫੋਟੋ ਤੁਰੀ ਫਿਰਦੀ, ਵੀਡੀਓ ਤੁਰੀ ਫਿਰਦੀ ਹੈ, ਉਹ ਹੱਥਾਂ ਦੇ ਵਿੱਚ ਜਦੋਂ ਜਾਂਦਾ ਹਰ ਥਾਂ ਦੇ ਉੱਤੇ, ਤੇ ਉਹਨੇ ਮੌਲੀਆਂ ਬੰਨੀਆਂ ਹੋਈਆਂ ਨੇ।
ਇਹ ਕਈ ਲੋਕ ਇੱਥੇ ਵੀ ਕ੍ਰਿਟੀਸਾਈਜ਼ ਕਰਦੇ ਨੇ। ਚਲੋ ਠੀਕ ਆ, ਉਹਦੀ ਮਾਂ ਹਿੰਦੂ ਆ ਭਾਜੀ, ਉਹਦਾ ਦਿਸਦਾ ਇਹ ਚੀਜ਼ਾਂ ਦਿਸਦੀਆਂ ਤਾਂ ਹੈਗੀਆਂ ਨਾ। ਲੋਕ ਹੁਣ ਪਹਿਰਾਵਾ ਪਾ ਕੇ ਦੇ ਅੰਦਰੋਂ ਤਾਂ ਉਹਨਾਂ ਨੇ ਜਦੋਂ ਹੁਣ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਜਿਹੜੇ ਬੰਦੇ ਮਾਰ, ਉਹ ਤਾਂ ਮੈਨੂੰ ਲੱਗਦਾ ਉਦੋਂ ਤਾਂ ਵੱਧ ਮਾੜੀ ਗੱਲ ਹੀ ਇੱਥੇ ਆ ਜਾਓ ਕਿ ਉਹ ਜਿਹੋ ਜਿਹਾ ਹੈਗਾ ਉਹੋ ਜਿਹਾ ਨਾ ਦਿਖਦਾ, ਮਤਲਬ। ਤੇ ਉਹਨੇ ਜਿਹੜੀ ਇਹ ਗੱਲ ਕਹੀ ਅੱਜ ਵੀਡੀਓ ਦੇ ਵਿੱਚ, ਉੱਤੇ ਗੱਲ ਘੱਟ ਹੋ ਰਹੀ ਆ, ਉਹਦੇ ਉੱਤੇ ਦੂਜੀ ਗੱਲ ਜਿਹੜੀ ਹੈ ਉਹ ਜ਼ਿਆਦਾ ਹੋ ਰਹੀ। ਕਿਉਂ ਭੱਟੀ ਸਾਹਿਬ? ਬਿਲਕੁਲ ਜੀ, ਜਿਹੜੀ ਗੱਲ ਵੀਰ ਜੀ ਨੇ ਕਹੀ ਬਿਲਕੁਲ ਦਰੁਸਤ ਕਹੀ ਹੈ। ਪਿੰਡ ਦੀ ਕਿਸੇ ਚੌਕੀਦਾਰੀ ਮਿਲ ਜਾਏ ਤਾਂ ਅਸਤੀਫਾ ਨਹੀਂ ਦਿੰਦਾ। ਇਹ ਫਿਰ ਇੱਕ ਪਾਰਟੀ ਦੀ ਪ੍ਰਧਾਨਗੀ ਆ। ਸਿੱਧੂ ਬਾਰੇ ਜਿਹਦਾ ਪੋਜ਼ਿਟਿਵ ਪੁਆਇੰਟ ਲਈਏ, ਸਭ ਤੋਂ ਪਹਿਲੀ ਗੱਲ ਤੇ ਉਹ ਇਮਾਨਦਾਰ ਬਹੁਤ। ਦੂਸਰੀ ਗੱਲ ਲੈ ਲਈਏ ਤੇ ਉਹ ਪੰਜਾਬ ਨੂੰ ਪਿਆਰ ਕਰਦਾ ਤੇ ਪੰਜਾਬ ਦੀ ਗੱਲ ਕਰਦਾ ਤੇ ਪੰਜਾਬ ਦੇ ਵਿਕਾਸ ਦੀ ਗੱਲ ਕਰਦਾ। ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਗੱਲ ਕਰਦਾ ਵਾ। ਜਿਹੜਾ ਪ੍ਰਵਾਸ ਹੋ ਰਿਹਾ ਉਹਨੂੰ ਘਟਾਉਣ ਦੀ ਗੱਲ ਕਰਦਾ। ਔਰ ਸਭ ਤੋਂ ਵੱਡੀ ਗੱਲ ਜੇ ਮੈਂ ਕਹਾਂ, ਇੱਕ ਸਿੱਧੂ ਅਜਿਹਾ ਲੀਡਰ ਆ ਜਿਹੜਾ ਲੋਕ ਭਲਾਈ ਲਈ ਆਪਣੀ ਜੇਬ ਚੋਂ ਪੈਸੇ ਖਰਚਦਾ। ਉਹਦੇ ਹਲਕੇ ਦੇ ਵਿੱਚ ਜੇ ਕਿਸਾਨਾਂ ਦੀ ਕਣਕ ਸੜ ਗਈ ਆ ਤੇ ਉਹ ਕਹਿੰਦੇ ਜੀ ਵੇਖੋ ਜਿਹੜੀ ਕਣਕ ਸਾਨੂੰ ਮੁਆਵਜ਼ਾ ਨਹੀਂ ਮਿਲਿਆ। ਕਹਿੰਦਾ ਦੱਸੋ ਜੀ ਸਾਨੂੰ ਮੁਆਵਜ਼ਾ ਕਿੰਨਾ ਮਿਲਣਾ ਸਰਕਾਰ ਨੇ ਦੇਣਾ। ਪੁੱਛਿਆ ਡੀਸੀ ਨੂੰ, ਪੁੱਛਿਆ, ਉਹ ਕਹਿੰਦਾ ਜੀ ਇਹਨਾਂ ਦਾ 30 ਲੱਖ ਰੁਪਇਆ ਮੁਆਵਜ਼ਾ ਬਣਦਾ, ਉਹਨਾਂ ਚੁੱਕੋ 30 ਲੱਖ ਰੁਪਇਆ ਸਾਰੇ ਤੁਸੀਂ ਵੰਡ ਲਓ ਤੇ ਜਿਹੜੀ ਸਰਕਾਰ ਦੇਊਗੀ ਬਾਅਦ ਚ ਵੇਖੀ ਜਾਓ। ਹੈ ਕੋਈ ਮਾਇਦਾ ਨਾਲ ਇਹੋ ਜਿਹਾ? ਇੱਥੇ ਦੇਖਣਾ ਕਿਹਾ ਸੀ ਵੀ ਜਿਹੜੇ ਸਾਡੇ ਪੋਲੀਟੀਸ਼ੀਅਨ ਜਾਂ ਜਿਹੜੇ ਸਾਡੇ ਵੱਡੇ ਬਕਾਇਦਾ ਤੌਰ ਤੇ ਹੈਗੇ ਨੇ ਜ਼ਿਮੀਂਦਾਰ ਰਜਵਾੜੇ, ਉਹ ਇੱਕ ਕਦਮ ਜਿਹੜੀ ਬਿਜਲੀ ਦੀ ਸਬਸਿਡੀ ਛੱਡਣ। ਕਿੰਨੇ ਬੰਦੇ ਉੱਠੇ? ਬਿਲਕੁਲ। ਸਭ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਵੀ ਮੇਰੇ 7 ਟਿਊਬਵੈੱਲ ਮੈਂ ਉਹਦੀ ਪੇਮੈਂਟ ਕਰਨੀ ਤਿਆਰ, ਦੱਸੋ ਕਿੰਨੀ ਬਣੀ। ਮੁੜ ਕੇ ਨਾਗਰਾ ਉੱਠਿਆ, ਫਿਰ ਮਨਪ੍ਰੀਤ ਬਾਦਲ ਆਇਆ ਵੀ ਮੇਰੀ ਵੀ ਛੱਡਣ ਲਈ ਤਿਆਰ। ਬਾਅਦ ਦੇ ਵਿੱਚ ਮੈਂ ਕਿਹਾ ਵੱਧ ਤੋਂ ਵੱਧ ਉਹਨੇ ਗਿਣਤੀ ਜੇ 4 ਜਾਂ 5 ਹੋ ਗਈ ਤੇ ਵੱਡੇ ਰਜਵਾੜੇ ਕਿੱਥੇ ਸੁੱਤੇ ਆ? ਬਿਲਕੁਲ। ਸਿੱਧੂ ਚ ਇਹ ਗੁਣ ਜ਼ਰੂਰ ਹੈਗੇ, ਇਹ ਚ ਕੋਈ ਦੋ ਰਾਵਾਂ ਨਹੀਂ। ਭੱਟੀ ਸਾਹਿਬ ਇੱਕ ਜਿਹੜੀ ਗੱਲ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਵੀ ਹੱਥ ਖੇਡ ਮਸਾਈਲ ਆ, ਜਿੱਦ ਨੂੰ ਵਰਗੀ ਪਤਾ ਕੋਈ ਕਿੱਥੇ ਵੱਧ ਜਾਣਾ ਵਾ। ਅੱਜ ਦੀ ਡੇਟ ਵਿੱਚ ਅਸਤੀਫਾ ਦੇਣ ਤੋਂ ਪਹਿਲਾਂ ਇਹਨਾਂ ਨੂੰ ਕੀ ਕਰਨਾ ਚਾਹੀਦਾ? ਬਿਲਕੁਲ, ਹਾਂਜੀ। ਅਸਤੀਫਾ ਦੇਣ ਤੋਂ ਪਹਿਲਾਂ ਬਕਾਇਦਾ ਤੌਰ ਤੇ ਇਹ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਉਂਦੇ, MLA ਬੁਲਾਉਂਦੇ, ਉਹਨਾਂ ਨੂੰ ਕਹਿੰਦੇ ਜੀ ਆਹ ਗਲਤ ਹੋ ਗਿਆ, ਤੁਹਾਡੀ ਰਾਏ ਕੀ ਆ? ਮੇਰੀ ਰਾਏ ਆ ਹੈਗੀ ਜੀ। ਇੱਥੇ ਮਾਰ ਜੇ ਉਹਨਾਂ ਨੂੰ ਕੌਨਫੀਡੈਂਸ ਲੈ ਕੇ ਅਸਤੀਫਾ ਦਿੰਦੇ ਤੇ ਅੱਜ ਨਾ 10 ਬੰਦੇ ਖੜੇ ਹੁੰਦੇ। ਬਿਲਕੁਲ। ਜਿਹੜੀ ਗੱਲ ਇਹ ਸੁਲਤਾਨ ਸਾਹਿਬ ਦੀ ਗੱਲ ਕਰਦੇ ਆ, ਜਦੋਂ ਹਾਲਾਤ ਖਰਾਬ ਸੀਗੇ ਉਹੀ ਅਫਸਰ ਲੱਗੇ ਨੇ, ਉਹਨਾਂ ਦੇ ਵਿੱਚ ਕਿਸੇ ਦੇ ਵੀ ਹੱਥ ਇਹੋ ਜਿਹੇ ਜਿਹੜੇ ਸਾਫ਼ ਨਹੀਂ ਹੈਗੇ। ਬਿਲਕੁਲ। ਜਿਹਨੇ ਕੋਈ ਕਤਲ ਨਾ ਕੀਤਾ ਹੋਵੇ, ਉਹਦਾ ਕੋਈ ਰਿਸ਼ਤੇਦਾਰ ਪੋਸਟ ਪਾ ਦੇ, ਉਹਦਾ ਕੋਈ ਰਿਸ਼ਤੇਦਾਰ ਭੈਣ ਭਰਾ ਕੋਸਾਕਾ ਸੰਬੰਧੀ ਕੋਈ ਟਾਈਪਿਸਟ ਸੋਹਣਾ ਲਿਖ ਕੇ ਪਾ ਦੇਵੇ, ਹਾਂਜੀ, ਤੇ ਉਹ ਅਸੀਂ ਘੁਮਾ ਦਈਏ ਕਿ ਵੇਖੋ ਜੀ ਬਹੁਤ ਸੋਹਣਾ ਸਰਦਾਰ ਜੀ ਨੇ, ਬਹੁਤ ਸੋਹਣੇ ਅੰਦਰ ਸਾਰੇ ਕੁਝ। ਚਲੋ ਕੁਛ ਵੀ ਹੋਵੇ, ਮਜਬੂਰੀ ਬਸ ਵੀ ਕੀਤਾ ਹੋ ਸਕਦਾ, ਕਰਵਾਇਆ ਗਿਆ ਵੀ ਹੋ ਸਕਦਾ, ਕਿਸੇ ਵੇਲੇ ਇਹੋ ਜਿਹੀਆਂ ਖਬਰਾਂ ਵਾਂਝੀਆਂ ਰਹਿ ਜਾਂਦੀਆਂ ਨੇ। ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਜੇ ਉਹਨੇ, ਮੈਂ ਉਹਦੇ ਕੋਲ ਪੱਖ ਨਹੀਂ ਪੂਰਿਆ, ਮੈਂ ਉਹਦੀਆਂ ਸਿਰਫ ਕੀਤੀਆਂ ਹੋਈਆਂ ਖਬਰਾਂ ਜਿਹੜੀਆਂ ਨੇ ਉੱਥੇ ਤੁਹਾਨੂੰ ਹੋਲੀ ਸਿਟੀ ਦੇ ਵਿੱਚ ਉਹਦਾ ਬਹੁਤ ਵੱਡਾ ਇੱਕ ਮਹਿਲ ਕਹਿ ਲਓ ਜਾਂ ਬਹੁਤ ਵੱਡਾ ਘਰ ਕਹਿ ਲਓ, ਹਾਂਜੀ, ਬਹੁਤ ਵਿਸ਼ਾਲ ਹਵੇਲੀ ਕਹਿ ਲਓ, ਉਹ 'ਚ ਕਹਿੰਦੇ ਨੇ ਕਿ 1 ਕਰੋੜ ਰੁਪਏ ਦਾ ਉਹਨੇ ਸ਼ਿਵਲਿੰਗ ਲਾਇਆ। ਸ਼ਿਵਲਿੰਗ ਆਈ ਥਿੰਕ ਜਾਂ ਉਹਦੀ ਕੋਈ ਮੂਰਤੀ ਲਾਈ ਜੋ ਵੀ ਹੈ ਨਾ। ਚਲੋ ਜੇ ਪੂਜਾ ਕਰਦਾ ਮੰਨਦਾ ਤਾਂ ਮੈਂ ਲਾਈ ਹੈ ਨਾ, ਲੁਕੋਈ ਤਾਂ ਨਹੀਂ ਉਹਨੇ। ਜਿਹੜਾ ਵੀ ਜਾਂਦਾ ਪੱਤਰਕਾਰ ਫੋਟੋ ਖਿੱਚ ਕੇ ਆਉਂਦਾ ਉਹਦੇ ਘਰੇ, ਵੱਡੇ ਸਰਦਾਰ ਵੀ ਜਾਂਦੇ ਨੇ, ਹੁਣ ਪਹਿਲੀ ਵਾਰ ਤਾਂ ਗਏ ਨਹੀਂ ਹੋਣਗੇ, ਹੈ ਨਾ। ਬਿਲਕੁਲ। ਤੇ ਜਿਹੜੇ ਸਾਡੇ ਗਾਤਰਾ ਸਾਹਿਬ ਪਾ ਕੇ ਤੇ ਜਿਨ੍ਹਾਂ ਦਾ ਸਿਧਾਂਤ ਹੀ ਸ਼੍ਰੋਮਣੀ ਅਕਾਲੀ ਦਲ ਦਾ ਇਹ ਹੈ ਕਿ ਸਿੱਖਾਂ ਦਾ ਜਿਹੜਾ ਸਿਧਾਂਤ ਹੈ ਉਹ ਕਿਸੇ ਵੀ ਮੜੀ ਮਸਾਨ ਨੂੰ ਜਾਂ ਇਸ ਤਰ੍ਹਾਂ ਦੀ ਪੂਜਾ ਨਹੀਂ ਕਰਨੀ, ਤੇ ਜਿਹੜੇ ਇਹ ਬੈਠੇ ਨੇ ਉੱਥੇ ਪ੍ਰਧਾਨ ਜਥੇਦਾਰ ਬੈਠੇ ਨੇ, ਤੁਸੀਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਉਹੋ ਜਿਹੇ ਲਾ ਛੱਡੇ, ਪ੍ਰਧਾਨ ਉਹ ਲਾ ਛੱਡੇ। ਬਿਲਕੁਲ। ਤੁਸੀਂ ਜਥੇਦਾਰ ਕਿਹਦਾ ਪਰਚੀ ਨਾ ਕੱਢਦੇ, ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਉਹਦੀ ਹਿਸਟਰੀ ਕੀ। ਬਾਅਦ ਫਰੋਲਦੇ ਆ ਵੀ ਉਹਦਾ ਕਿਸੇ ਡੇਰੇ ਦਾ ਉਪਾਸ਼ਕ ਵੀ ਸੀ, ਮਾਫੀਆ ਮੰਗ ਕੇ ਭਾਂਡੇ ਮਾਂਜ ਕੇ ਫੇਰ ਕਹਿੰਦੇ ਕੋਈ ਨਹੀਂ ਭਾਂਡੇ ਮਾਂਜਣੇ ਜਾ ਕੇ ਮਾਂਜ ਲਾਂਗੇ। ਇੱਕ ਬੰਦਾ ਸਾਫ ਸੁਥਰਾ ਸਿੱਧਾ ਤਾਂ ਹੈਗਾ ਨਾ। ਬਿਲਕੁਲ। ਚਲੋ KPS ਗੱਲ ਵਾਲੀ ਗੱਲ ਦੇ ਉੱਤੇ ਅਸੀਂ ਨਹੀਂ ਕਹਿੰਦੇ ਆ ਕਿ ਗਲਤ ਆ ਭਗਵਾਨ। ਜੇ ਕਿਸੇ ਮੁੱਦੇ ਲਈ ਖੜਿਆ ਬੰਦਾ ਤਾਂ ਉਹਦੇ ਲਈ ਖੜਨ ਵਾਸਤੇ ਲੋਕ ਜਿਹੜੇ ਨੇ ਉਹ ਜਿਹੜਾ ਪੱਖ ਵਾ ਉਹਦੀ ਗੱਲ ਘੱਟ ਹੋ ਰਹੀ ਹੈ, ਜਿਹੜਾ ਪੱਖ ਉਹਦਾ ਦੂਜਾ ਉਹਦੀ ਗੱਲ ਜ਼ਿਆਦਾ ਹੋ ਰਹੀ ਹੈ। ਇਹ ਸਾਡਾ ਸਵਾਲ ਹੈ।
ਤਿੰਨ ਕਾਲਰ ਨੇ ਲਾਸਟ, ਉਸ ਤੋਂ ਬਾਅਦ ਇੱਟ ਨਾਲ ਇੱਟ ਖੜਕਾਉਂਦੇ ਹੋਏ ਆਪਣੇ ਪੈਰਾਂ 'ਤੇ ਇੱਟ ਸੁੱਟ ਕੇ ਜ਼ਖਮੀ ਹੋਏ ਨੇ। ਔਰ ਹਾਈਕਮਾਂਡ ਸਖਤ ਨੇ, ਚਲੋ ਆਦੀ ਗੱਲ ਛੱਡਾਂਗੇ, ਤੁਰੰਤ ਰਿੜਕਾ ਹੱਲ ਹੁੰਦਾ, ਚੰਨੀ ਬਣਾ ਸਕਦੇ ਨੇ ਜਾਂ ਨਹੀਂ, ਗਿਆਨੀ ਹਲਵਾਈ ਦੀ ਦੁਕਾਨ 'ਤੇ ਜਾ ਕੇ ਚਾਹ ਪੀਂਦੇ ਨੇ ਜਾਂ ਨਹੀਂ, ਫਿਰ ਵੇਖਾਂਗੇ। ਪਰ 1.5 ਮਹੀਨੇ ਵਿੱਚ ਬੇਅਦਬੀ ਤੇ ਨਸ਼ਿਆਂ ਦੇ ਵਪਾਰੀਆਂ ਦਾ ਪਰਦਾ ਕੀਤਾ ਜਾਵੇਗਾ। ਸੁਖੀ ਰੰਧਾਵਾ ਗਰਜਿਆ, ਆਪਾਂ ਦੇਖ ਲੈਣੇ ਕੀ ਕਹਿਣਾ ਚਾਹੁੰਦੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਨਾਲਾ ਜਦੋਂ ਉਹਨੇ ਲੋਕਲ ਬਾਡੀ ਮਿਨਿਸਟਰ ਬਣਾਏ, ਜਾ ਕੇ ਜਲੰਧਰ 'ਚ ਰੇਡ ਕੀਤੀ ਸੀ ਇਲੀਗਲ ਬਿਲਡਰਾਂ ਦੇ, ਇਲੀਗਲ ਕੰਸਟਰਕਸ਼ਨ ਦੇ ਖਿਲਾਫ, ਉਦੋਂ ਕਾਂਗਰਸ ਦਾ ਵਿੱਚੋਂ ਵਿਰੋਧ ਹੋਇਆ ਤੇ ਉਹਨੂੰ ਛੱਡਣਾ ਪਿਆ। ਬਾਅਦ ਦੇ ਵਿੱਚ 6 ਮਹੀਨੇ ਲੰਘੇ, ਜਿਹੜੇ ਲੋਕੀ ਵਾਹ ਕਰਦੇ ਸੀਗੇ ਉਹ ਉਹੀ ਸਵਾਦ ਲੈਣ ਲੱਗੇ ਦੂਜੇ ਪਾਸੇ ਨੂੰ, ਵੀ ਇਹ ਅਸਤੀਫਾ ਦੇ ਦਿੱਤਾ ਨਾ। ਫਿਰ ਜਦੋਂ ਬਾਅਦ 'ਚ ਦੂਜੀ ਮਿਨਿਸਟਰੀ ਮਿਲੀ ਤੇ ਉਹੀ ਲੋਕੀ ਕਹਿੰਦੇ ਇਹਦੇ 'ਚ ਇਹਨੂੰ ਫਸਾਇਆ ਜਾ ਰਿਹਾ। ਜਦੋਂ ਉਸ ਸਟੈਂਡ ਤੇ ਅਟ ਗਿਆ ਤੇ 5 ਮਹੀਨਿਆਂ ਬਾਅਦ ਫਿਰ ਲੋਕਾਂ ਨੇ ਸਵਾਦ ਲੈਣਾ ਸ਼ੁਰੂ ਕਰਤਾ, ਬਈ ਇਹ ਕੰਮ ਕਰਤੇ ਨਹੀਂ ਕਰਕੇ ਦਿਖਾਉਂਦਾ ਹੈਗਾ। ਸਾਨੂੰ ਆਪ ਨੂੰ ਨਹੀਂ ਕਈ ਵਾਰ ਸਮਝ ਆਉਂਦੀ ਕਿ ਆਪਾਂ ਸਵਾਲ ਕਰਦੇ ਆ ਜਾਂ ਆਪਾਂ ਸਵਾਦ ਲੈਂਦੇ ਆ। ਬਿਲਕੁਲ ਗੱਲ ਇਹ ਆ ਕਿ ਹੁਣ ਜੇ ਮੈਂ ਪੱਟੀ ਸਾਹਿਬ ਨੂੰ ਸਾਹਮਣੇ ਬਿਠਾ ਕੇ ਬੋਲਣ ਨਾ ਦੇਵਾਂ, ਬੋਲੀ ਮੈਂ ਖੁਦ ਹੀ ਜਾਵਾਂ, ਤੁਸੀਂ ਬੋਲੀ ਜਾਓ, ਪੱਟੀ ਸਾਹਿਬ ਨੇ ਕਹਿਣਾ ਮੇਰਾ ਕੰਮ ਕੀ ਇੱਥੇ। ਬਿਲਕੁਲ, ਸਾਨੂੰ ਐਕਚੁਅਲੀ ਆਦਤ ਪੈ ਗਈ ਆ। ਸਾਨੂੰ ਕੋਈ ਵੀ ਗੱਲ ਪੁਰਾਣੀ ਹੋ ਜਾਂਦੀ ਆ ਤੇ ਉਹਦੇ 'ਚ ਸਵਾਦ ਨਹੀਂ ਆਉਂਦਾ, ਆਪਾਂ ਟਵਿਸਟ ਕਰਕੇ ਦੂਜੇ ਪਾਸੇ ਨੂੰ ਸਵਾਦ ਲੈਣਾ ਸ਼ੁਰੂ ਕਰ ਦਿੰਦੇ ਆ। ਮਿਹਰਬਾਨੀ, ਥੈਂਕ ਯੂ। ਆਦਤ ਹੈ ਸਾਨੂੰ। ਹਾਂਜੀ ਪੱਟੀ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ ਜੀ, ਪਹਿਲੀ ਗੱਲ ਤੁਹਾਨੂੰ ਅਸੀਂ ਆਪਣੀ ਦੱਸਦੀ ਹੈ, ਆਪਣੇ ਡੈਡੀ ਵੱਲੋਂ ਦੱਸਦੀ, ਆਪਣੇ ਟੀਵੀ ਨੂੰ ਦੱਸਦੀ। ਅਸੀਂ ਪਹਿਲਾਂ ਵੀ ਇੰਨੀ ਗੱਲ ਕਹੀ ਸੀ ਕਿ ਸਿੱਧੂ ਨੇ ਬਿਜਲੀ ਮਹਿਕਮਾ ਲੈ ਕੇ ਜਿਹੜਾ ਨਾਂ ਲੈ ਕੇ ਬਹੁਤ ਚੰਗਾ ਸੀ। ਪਹਿਲੀ ਗੱਲ ਤਾਂ ਉਹ ਮੰਤਰੀ ਕੋਲ ਜਾਂ ਪਾਵਰ ਦੀ ਹੁੰਦੀ, ਜਾਂ ਪਾਵਰ ਮੁੱਖ ਮੰਤਰੀ ਦੀ ਹੁੰਦੀ ਹੈ, ਜਸ ਦੇ ਚੇਅਰਮੈਨ ਕੋਲ ਜਾਂ ਰੈਗੂਲੇਟਰੀ ਕਮਿਸ਼ਨ ਕੋਲ ਜੀ, ਉਹ 'ਚ ਬਹੁਤਾ ਕੁਛ ਕਰ ਨਹੀਂ ਸਕਦਾ ਮੰਤਰੀ। ਦੂਸਰੀ ਚੀਜ਼, ਸਭ ਤੋਂ ਵੱਡੀ ਗੱਲ ਜਿਹੜੀ ਸੀ, ਇਹ 'ਚ ਖੜਕਾ ਅਕਾਲੀਆਂ ਦਾ ਪੂਰਾ ਸੀ ਆਪਣੇ ਦਾ, ਸਿੱਧੂ ਦਾ। ਬਿਲਕੁਲ। ਤੇ ਸਿੱਧੂ ਦੇ ਘਰ ਦੇ ਬਾਅਦ ਅਕਾਲੀਆਂ ਨੇ ਆਪਣੀ ਜਿਹੜੀ ਆ ਸਪੋਂਸਰਡ ਕਿਸਾਨ ਜਥੇਬੰਦੀ ਉਹਦਾ ਪੱਕਾ ਮੋਰਚਾ ਲਾ ਦੇਣਾ। ਕੱਟੀਆਂ ਬੰਨ ਛੱਡਨੇ ਹੈਗਲੇ ਨੇ, ਚਾਰ ਚਫੇਰੇ ਹਰਿਆਲੀ ਬੜੀ। ਬਿਲਕੁਲ, ਇਸ ਕਰਕੇ ਅਸੀਂ ਕਹਿੰਦੇ ਉਹਨੇ ਠੀਕ ਫੈਸਲਾ ਲਿਆ, ਮੌਕੇ 'ਚ ਲਿਆ। ਦੂਜੀ ਗੱਲ, ਉਹਨੇ ਇੰਨੀ ਗੱਲ ਕੀ ਵੀ ਜਿਹੜਾ ਸਥਾਨਕ ਸਰਕਾਰ ਲੋਕਲ ਬਾਡੀ ਮੇਰੇ ਕੋਲ ਮਹਿਕਮਾ ਤੁਸੀਂ ਗਲਤ ਮੈਂ ਕੀ ਕੀਤਾ ਮੈਨੂੰ ਦੱਸ ਦਿਓ। ਜੇ ਮੈਂ ਕੁਛ ਗਲਤ ਕੀਤਾ ਦੱਸੋ, ਮੈਂ ਗਲਤ ਕੀਤਾ, ਮੈਂ ਤੇ ਸੁਧਾਰ ਕੀਤੇ, ਉੱਚ ਸੁਧਾਰ ਦੇ ਕੀਤੇ, ਇਹ 'ਚ ਕੋਈ ਦੋਰਾਵਾਂ ਨਹੀਂ ਹੈਗੀ। ਉਹਨੇ ਸੁਧਾਰ ਕੀਤੇ ਜਿੰਨੀ ਜੋਗਾ ਹੈਗਾ ਸੀ। ਜਿਹੜੇ ਪ੍ਰੋਜੈਕਟ ਉਹਨੇ ਬਣਾ ਕੇ ਜੇ ਸੀਐਮ ਨੇ ਪਾਸ ਕੀਤੇ, ਉਹ ਕੀ ਕਰਦਾ, ਹੱਥ ਫੜ ਕੇ ਤੇ ਕੰਮ ਕਰਾਉ ਰਿਹਾ। ਉਹਨੇ ਭੇਜਤੇ, ਸੀਐਮ ਸਾਹਿਬ ਸਾਈਨ ਕਰਦੇ ਤੇ ਮੈਂ ਉਹਨੂੰ ਗਾਹ ਪੂਰਾ ਨਹੀਂ ਕੀਤੇ, ਨਹੀਂ ਫਾਈਲਾਂ ਦੇ ਸਾਨ ਹੋਇਆ, ਪੜ੍ਹਦੇ ਰਹੇ ਖਬਰਾਂ। ਅਸੀਂ ਇਹ ਕਹਿੰਦੇ ਆ ਵੀ ਸਿੱਧੂ ਦੇ ਵਿੱਚ ਜਿਹੜੇ ਕੋਈ ਘਾਟਾਂ ਜ਼ਰੂਰ ਹੈਗੀਆਂ ਵਾ, ਲੇਕਿਨ ਉਹ ਪੰਜਾਬ ਨੂੰ ਸਮਰਪਿਤ ਆ, ਪੰਜਾਬ ਦੇ ਲੋਕਾਂ ਨੂੰ ਸਮਰਪਿਤ ਆ। ਕੇਂਦਰੀ ਰਾਜ ਸਭਾ ਛੱਡ ਕੇ ਆਉਣੀ, ਅਗਲੇ ਮੰਤਰੀਸ਼ਿਪ ਦਿੰਦੇ ਉਹ ਛੱਡਤੀ, ਸਭ ਕੁਛ ਛੱਡਤਾ ਜੀ। ਮੈਂ ਪੰਜਾਬ ਚੱਲੇ, ਪੈਸੇ ਤਾਂ ਉੱਥੇ ਹੀ ਬਣਾ ਸਕਦਾ ਸੀ, ਜੋ ਮਰਜ਼ੀ ਪੈਸੇ ਤੇ ਠੋਕੋ ਤਾਲੀ ਦੇ ਬਣਾ ਰਿਹਾ ਸੀ। ਕਰੋੜ ਰੁਪਇਆ ਇੱਕ ਐਪੀਸੋਡ ਤੋਂ ਉੱਤੇ ਦਾ 2 ਕਰੋੜ ਦਾ ਮਿਲਦਾ ਸੀ ਉਹਨੂੰ। ਬਿਲਕੁਲ ਮਿਲਦਾ ਸੀ, ਕੋਈ ਸ਼ੱਕ ਵਾਲੀ ਗੱਲ ਨਹੀਂ। ਉਹਨੇ ਪੰਜਾਬ ਦੀ ਖਾਤਰ ਆਪਣਾ ਭਵਿੱਖ ਜਿਹੜਾ ਬਰਬਾਦ ਕੀਤਾ। ਲੇਕਿਨ ਕੱਲ ਬੜਾ ਫੈਸਲਾ ਜੋ ਲਿਆ ਉਹਦੇ ਥੋੜੀ ਜਿਹੀ ਸਹਿਮਤ ਨਹੀਂ। ਜੋ ਕਾਂਗਰਸ ਵਰਕਿੰਗ ਕਮੇਟੀ ਦੀ, ਉਹਨਾਂ ਦੀ ਆਪਣੀ ਕੋਈ ਕੋਰ ਕਮੇਟੀ ਦੀ ਜਾਂ ਮੰਤਰੀ ਮੰਡਲ ਦੀ ਮੀਟਿੰਗ ਦੀ ਗੱਲ ਕਰਦਾ, ਭਾਈ ਤੁਸੀਂ ਆ ਗਲਤ ਕੀਤਾ, ਮੈਂ ਅਸਤੀਫਾ ਦੇ ਰਿਹਾ ਜੀ, ਦੱਸੋ ਤੁਹਾਡਾ ਕੀ ਰਾਜ। ਚਲੋ ਕਿਸੇ ਵੇਲੇ ਇਨੋਸੈਂਟ ਬੰਦਾ ਜਿਹੜਾ ਨਾ ਬੜਾ ਭਾਵੁਕ ਹੋ ਜਾਂਦਾ, ਜਾਂ ਉਹਦੇ ਸਲਾਹਕਾਰ ਲਾਗੇ ਪਿੱਛੇ ਕਿਸੇ ਵੇਲੇ ਕੋਈ ਇਹੋ ਜਿਹੀ ਸਲਾਹ ਦੇ ਦਿੰਦੇ ਨੇ, ਜਿਵੇਂ ਹੁਣ ਪਿਛਲੇ ਪਾਸੇ ਚੰਨੀ ਨੂੰ ਮਨਪ੍ਰੀਤ ਬਾਦਲ ਹੁਣੇ ਸਲਾਹ ਦੇ ਰਹੇ ਨੇ, ਉਹ ਆਪਣੀ ਗੀਟੀ ਫਿੱਟ ਕਰ ਰਹੇ ਨੇ, ਕਿਉਂਕਿ ਮੁੱਖ ਮੰਤਰੀ ਦਾ ਪਦ ਤੇ ਉਹਨੂੰ ਵੀ ਦਿਖਾਈ ਦਿੰਦਾ ਨਾ। ਜਿਹੜੀ ਤੁਸੀਂ ਗੱਲ ਕੀਤੀ ਹੈ ਜੀ, ਜਿਹੜੇ ਲੋਕ ਕਹਿ ਰਹੇ ਆ ਵੀ ਇਹਨਾਂ ਨੂੰ ਉੱਥੇ ਖੇਤੀਬਾੜੀ ਮੰਤਰੀ ਬਣਾਇਆ ਕਰੋ, ਆਪਣੇ ਬੰਦੇ ਤੋਂ 75 ਸਾਲ ਤੋਂ ਉੱਪਰ ਜਿਹੜੇ ਉਹ ਦਰਸ਼ਕ ਮੰਡਲ 'ਚ ਲਾਏ ਨੇ, ਇਹਨੂੰ ਕਿੱਥੋਂ ਬਣਾ ਦੇਣਗੇ ਮੰਤਰੀ। ਚਲੋ ਐਨੀਵੇ, 1.5 ਮਹੀਨੇ 'ਚ ਬੇਅਦਬੀਆਂ ਦੇ ਨਸ਼ਿਆਂ ਦੇ ਵਪਾਰੀਆਂ ਦਾ ਪਰਦਾਫਾਸ਼ ਕਰਨ ਵਾਲੀ ਸੁਖੀ ਰੰਧਾਵਾ ਦੀ ਜਿਹੜੀ ਖਬਰ ਹੈ, ਬੋਲੇ ਨੇ ਮੀਡੀਆ ਅੱਗੇ, ਉਹ ਬੜਾ ਸੋਹਣਾ ਬੋਲਦੇ ਨੇ, ਕੀ ਕਹਿਣਾ ਚਾਹੋਗੇ? ਸੁਖੀ ਰੰਧਾਵਾ ਦੀ ਇੱਕ ਸਿਫਤ ਹੈ ਜੀ, ਉਹ ਵਾਚ ਬਹੁਤ ਕਰਦਾ, ਧਿਆਨ ਬੜਾ ਰੱਖਦਾ। ਜਦੋਂ ਲੋਹਾ ਗਰਮ ਹੋਏ ਸੱਟ ਉਦੋਂ ਮਾਰ। ਉਹਨੇ ਕਿਹਾ ਜੀ ਵੇਖੋ, ਬੇਅਦਬੀ ਕਾਂਡ ਦੇ ਵਿੱਚ, ਨਸ਼ਿਆਂ ਦੇ ਕਾਂਡ ਦੇ ਕਿਸੇ ਨੂੰ ਬਖਸ਼ੇ ਨੂੰ ਤੇ ਮੇਰੇ ਕੋਲ ਸਿਰਫ 38 ਦਿਨ ਮੇਰੇ ਕੋਲ ਵੱਧ ਨਹੀਂ ਹੈਗੇ, ਤੇ 38 ਦਿਨਾਂ 'ਚ ਇਹਦੇ ਵਿੱਚ ਮੈਂ ਆਪਣਾ ਕੁਛ ਨਾ ਕੁਛ ਕਰਨਾ, ਜਿਹਦੇ ਜਾ ਕੇ ਜੀ ਲੋਕਾਂ ਨੂੰ ਦੱਸ ਸਕੀਏ ਵੀ ਵੇਖੋ ਅਸੀਂ ਆ ਕੁਛ ਕੀਤਾ। ਭਾਵੇਂ ਕਿ ਕਾਨੂੰਨੀ ਅੜਚਣਾ ਜਿਹੜੀਆਂ ਬੇਅਦਬੀ ਕਾਂਡ 'ਚ ਬਹੁਤ ਹੈਗੀਆਂ ਨੇ,
ਲੇਕਿਨ ਫਿਰ ਵੀ ਕਾਨੂੰਨੀ ਮਾਹਿਰਾਂ ਨਾਲ ਰਾਏ ਲਈ ਜਾ ਰਹੀ ਹੈ ਵੀ ਕੀ ਕੀਤਾ ਜਾਵੇ। ਉਹ 'ਚ ਸਾਬਕਾ ਜੱਜ ਵੀ ਹੈਗੇ ਆ, ਸਾਬਕਾ ਐਡਵੋਕੇਟ ਵੀ ਜਨਰਲ ਹੈਗੇ, ਉਹ 'ਚ ਮੌਜੂਦਾ ਕਮੇਟੀ ਸਾਰੇ ਸ਼ਾਮਲ ਕੀਤੇ ਉਹਨਾਂ ਨੇ। ਉਹ ਟੀਮ ਬਕਾਇਦਾ ਤੌਰ ਤੇ ਦਿਨ ਰਾਤ ਵਰਕ ਕਰ ਰਹੀ ਹੈ ਕਿ ਇੱਥੇ ਕਿਹਨੂੰ ਗੱਲ ਕੀਤੀ ਜਾ ਸਕਦਾ। ਨਸ਼ਿਆਂ ਦੀ ਰਿਪੋਰਟ ਬਾਰੇ ਉਹ ਪਾ ਰਹੇ ਨੇ ਚੰਨੀ ਸਾਹਿਬ ਦੇ ਦਬਾਅ ਵੀ ਨਸ਼ੇ ਕੋ ਖਲਾਓ ਜੀ, ਕੀ ਨਿਕਲਦਾ ਉਹਦੇ ਵਿੱਚ। ਸਿਆਪਾ ਇਹ ਆ ਜਿਹੜੀ ਚੱਤੋਪਾਧਿਆ ਦੀ ਰਿਪੋਰਟ ਹੈ ਉਹਦੇ ਵਿੱਚ 2 DGP, ਇੱਕ ਮੌਜੂਦਾ ਤੇ ਇੱਕ ਸਾਬਕਾ ਨਾ ਬੋਲਦਾ ਉਹਦਾ, ਜਿੱਥੋਂ ਥੋੜਾ ਜਿਹਾ ਉਹ ਆਵਾਜ਼ਾਰ ਨੇ ਕਿ ਜੇ ਇਹਨਾਂ DGP ਦਾ ਨਾਮ ਬੋਲਿਆ ਤੇ ਪੁਲਿਸ ਵਿੱਚ ਬਗਾਵਤ ਨਾ ਸੀ। ਇਸ ਗੱਲ ਤੋਂ ਡਰ ਲੱਗਦਾ ਹੁੰਦਾ। ਉਸ DGP ਦਾ ਨਾਮ ਬੋਲਦਾ ਜਿਹਦੇ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ ਯਾਰ ਇਹੋ ਜਿਹਾ ਬੰਦਾ ਹੋਊਗਾ। ਇਸ ਕਰਕੇ ਉਹਨਾਂ ਨੇ ਇੰਨੀ ਗੱਲ ਕਹੀ ਆ ਕਿ 38 ਦਿਨਾਂ 'ਚ ਤੁਸੀਂ ਰਿਜ਼ਲਟ ਲਓਗੇ, ਜੇ ਨਾ ਰਿਜ਼ਲਟ ਦਊਂਗਾ ਤਾਂ ਮੈਂ ਰਿਜ਼ਾਈਨ ਕਰ ਦਊਂਗਾ। ਬਿਲਕੁਲ, ਮੈਂ ਕਾਬਲ ਨਹੀਂ ਗੋ ਮਿਨਿਸਟਰੀ ਦੇ। ਹੋਰ ਕੀ ਕਹਿਣਾ। ਹੁਣ ਅਸੀਂ ਵੇਟ ਕਰ ਰਹੇ ਹਾਂ ਕਿ ਉਹਨਾਂ ਨੇ 38 ਦਿਨ ਦਾ ਕਿਹਾ ਵਾ, ਮਹੀਨਾ ਲਾ ਲਓ, 20 ਦਿਨ ਲਾ ਲਓ, 20 ਦਿਨ ਦੇ ਵਿੱਚ ਕੋਈ ਨਾ ਕੋਈ ਰਿਜ਼ਲਟ ਜ਼ਰੂਰ ਆਏਗਾ ਜੀ। ਜਦੋਂ 4 ਦਿਨ ਲੰਘ ਗਏ 16 ਦਿਨ ਹੋ ਰਹੇ। ਚਲੋ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ। ਆਪਣਾ ਮਨਜਿੰਦਰ ਸਿੰਘ ਸਰਸੇ ਵਾਲਾ ਜੀ, ਹਾਂ ਪਤਾ ਲੱਗਾ ਕਿ ਜਨਾਬ ਨੂੰ ਝਟਕਾ ਲੱਗਾ। ਦੇਖੋ ਕੱਲ ਤਰੀਕ ਸੀਗੀ ਇਹਨਾਂ ਜਿਹਦੇ ਵਿੱਚ ਸ਼੍ਰੋਮਣੀ ਕਮੇਟੀ ਨੇ 25 ਲੱਖ ਦਾ ਵਕੀਲ ਕੀਤਾ ਸੀ ਮੁਕਲ ਰੋਹਿਤ ਕੀ। ਅੱਛਾ, ਸ਼੍ਰੋਮਣੀ ਕਮੇਟੀ ਦਿੱਲੀ ਨੇ ਗੁਰੂ ਦੀ ਗੋਲਕ ਚੋਂ ਦੇਣਾ ਪਿਆ। ਸ਼੍ਰੋਮਣੀ ਕਮੇਟੀ ਨੇ, ਦਿੱਲੀ ਕਮੇਟੀ ਵੱਖਰੀ ਹੈ। ਚਲੋ ਇੱਕੋ ਹੀ ਗੱਲ ਆ, ਸ਼੍ਰੋਮਣੀ ਕਮੇਟੀ ਦਿੱਲੀ ਪੰਜਾਬ ਨੇ। ਸ਼੍ਰੋਮਣੀ ਕਮੇਟੀ 'ਚ ਪਾਰਟੀ ਬਣੀ ਆ ਕਿ ਅਸੀਂ ਇਹ ਬੰਦਾ ਨੋਮੀਨੇਟ ਕਿਉਂ ਭੇਜਿਆ ਤੇ ਇਹਨੂੰ ਤੁਹਾਨੂੰ ਅਧਿਕਾਰ ਨਹੀਂ ਗਾ ਕੋਈ ਰੋਕਣ ਦਾ। ਕਿਉਂ ਨਹੀਂ ਅਧਿਕਾਰ ਰੋਕਣ ਦਾ? ਬੀਬੀ ਜਗੀਰ ਕੌਰ ਦੀ ਪਟੀਸ਼ਨ 'ਚ ਲਿਖਿਆ ਗਿਆ ਕਿ ਦਿੱਲੀ ਕਮੇਟੀ ਦਾ ਪ੍ਰਧਾਨ ਬਣਨ ਵਾਸਤੇ ਪੰਜਾਬੀ ਪੜ੍ਹਨੀ ਤੇ ਪੰਜਾਬੀ ਦੀ ਜਾਣਕਾਰੀ ਹੋਣੀ ਤੇ ਪੰਜਾਬੀ ਲਿਖਣੀ ਕੋਈ ਜ਼ਰੂਰੀ ਨਹੀਂ। ਜਦੋਂ ਐਕਟ ਇਹ ਗੱਲ ਕਹਿ ਰਿਹਾ, ਕੱਲ ਜਦੋਂ ਬਕਾਇਦਾ ਤੌਰ ਤੇ ਦਵੇ ਵਕੀਲ ਕੇ ਗਿਆ, ਮੁਕਲ ਰੁੱਧਵੀ ਤੇ ਦਵੇ ਇੱਕ ਬਰਾਬਰ ਦੇ ਵਕੀਲ, ਦਵੇ ਉੱਥੋਂ ਦੀ ਦਿੱਲੀ ਸਰਕਾਰ ਨੇ ਵਕੀਲ ਕੀਤਾ ਸੀ ਆਪਣਾ। ਉਹਨੇ ਕਹਿਤਾ ਜੀ ਆਹ ਐਕਟ ਕਹਿੰਦਾ ਐਕਟ ਤੋਂ ਬਾਅਦ ਨਹੀਂ ਜਾ ਸਕਦਾ ਕਾਨੂੰਨ। ਜੱਜ ਨੇ ਕਿਹਾ ਫਿਰ ਸਟੇ ਕੋਈ ਨਹੀਂ, ਨੋ ਸਟੇ। ਨਾਲ ਅਗਲੀ ਤਰੀਕ 8 ਤਰੀਕ ਪਾਤੀ। ਹੁਣ ਕੇਸ ਚੱਲੇਗਾ, ਕੇਸ ਸਾਲ ਚੱਲਦਾ, 6 ਮਹੀਨੇ ਚੱਲਦਾ, 2 ਸਾਲ ਪਤਾ ਨਹੀਂ ਚੱਲਦਾ ਵਾ। ਲੇਕਿਨ ਸਿਰਸਾ ਸਾਹਿਬ ਦੀ ਹਾਲ ਦੀ ਘੜੀ ਆਸਾਂ ਤੇ ਪਾਣੀ ਫਿਰ ਗਿਆ ਵਾ। ਅਗਲਾ ਕੋਈ ਤਰੀਕਾ ਅਪਣਾਉਣਾ ਤੇ ਵੱਖਰੀ ਗੱਲ ਹੈ। ਕਿਹੜਾ ਹੋ ਸਕਦਾ ਪ੍ਰਧਾਨ? ਕਿਉਂਕਿ ਪ੍ਰਧਾਨ ਤੇ ਕਾਰਜਕਾਰ ਨਹੀਂ ਬਣਾਉਣਗੇ ਜਾਂ ਫਿਰ ਪ੍ਰਧਾਨ ਦੀ ਚੋਣ ਹੋਊਗੀ। ਦੇਖੋ ਜੇ ਤੇ ਬਾਦਲ ਕਾਲਜ ਦਾ ਪ੍ਰਧਾਨ ਬਣਦਾ ਤੇ ਉਹ ਤੇ ਕਾਲਕੇ ਦੀ ਡਿਜ਼ਰਵ ਕਰਦਾ, ਖਾਲਸਾ ਬਣੇਗਾ। ਲੇਕਿਨ ਮਨਜਿੰਦਰ ਸਿੰਘ ਸਿਰਸੇ ਦੀ ਕੋਸ਼ਿਸ਼ ਹੋਈ ਕਿ ਕਾਲਕਾ ਪ੍ਰਧਾਨ ਬਣਿਆ ਤੇ ਮੇਰੀ ਪੁੱਛ ਪੜਤਾਲ ਹੋਣੀ ਤੇ ਮੇਰੇ ਧੜੇ ਦਾ ਬੰਦਾ ਬਣੇ ਉੱਥੇ। ਇਹ ਆਪਸੀ ਲੜਾਈ ਸ਼ੁਰੂ ਹੋਏਗੀ ਜਿਹਦਾ ਸਾਰਿਆਂ ਨੂੰ ਕਿਸੇ ਫਾਇਦਾ ਵੀ ਹੋ ਸਕਦਾ, ਕਿਸੇ ਵੇਲੇ ਮੈਂ ਨਹੀਂ ਕਹਿੰਦਾ ਫਾਇਦਾ ਹੋ ਸਕਦਾ ਕਿਸੇ। ਚਲੋ ਬਹੁਤ ਬਹੁਤ ਧੰਨਵਾਦ, ਥੈਂਕ ਯੂ, ਸ਼ੁਕਰੀਆ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।